ਨੂੰ ਅਸੀਂ ਵੀਰ AP ਸਿੰਘ ਜੀ ਹਰਵਿੰਦਰਪਾਲ ਸਿੰਘ ਜੀ ਕੋਲੋਂ ਉਹਨਾਂ ਦੀ ਕਵਿਤਾ ਜਾਂ ਕਹਾਣੀ ਸੁਣਦੇ ਹਾਂ। ਪਰ ਅੱਜ ਉਹਨਾਂ ਦਾ ਮੈਸੇਜ ਆਇਆ ਹੋਇਆ ਹੈ ਕਿ ਵੀ ਉਹਨਾਂ ਨੇ ਕੁਝ ਦਿਨ ਪਹਿਲਾਂ ਵੈਕਸੀਨੇਸ਼ਨ ਕਰਵਾਈ ਹੈ ਤੇ ਉਹਦੇ ਅਸਰ ਨਾਲ ਉਹਨਾਂ ਨੂੰ ਥੋੜਾ ਬੁਖਾਰ ਔਰ ਗਲਾ ਖਰਾਬ ਹੈ। तो ਇਸ ਲਈ ਉਹ ਅੱਜ ਦੀ ਸੇਵਾ ਵੱਲੋਂ ਛੁੱਟੀ ਲੈਣਗੇ। तो ਅਸੀਂ ਜੋ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ 52 ਅੱਖਰੀ ਲੜੀਵਾਰ ਵਿਚਾਰ ਚੱਲ ਰਹੀ ਹੈ ਉਹ ਆਰੰਭ ਕਰਦੇ ਹਾਂ। ਸੋ ਅੱਜ ਪੌੜੀ ਨੰਬਰ 47 ਅਤੇ 48 ਦੀ ਵਿਚਾਰ ਕਰਾਂਗੇ। ਪੌੜੀ ਨੰਬਰ 47 ਦੇ ਨਾਲ ਜੋ ਸ਼ਲੋਕ ਹੈ ਆਪ ਜੀ ਦੇ ਸਾਹਮਣੇ ਸਕਰੀਨ ਤੇ ਆ ਰਿਹਾ ਹੈ। ਸ਼ਲੋਕ ਹਉ ਹਉ ਕਰਤ ਬਿਹਾਨੀਆਂ ਸਾਕਤ ਮੁਗਧ ਅਜਾਨ ਰੜਕ ਮੋਏ ਜਿਉ ਤ੍ਰਿਖਾਵੰਤ ਨਾਨਕ ਕਿਰਤ ਕਮਾਨ। ਹਉ ਹਉ ਕਰਤ, ਹਉ ਦਾ ਭਾਵ ਹੈ ਮੈਂ ਹਉਮੈ ਤੋਂ ਜਿਹੜਾ ਆਮ ਅਸੀਂ ਇਹਦਾ ਮਤਲਬ ਸਮਝਦੇ ਹਾਂ। ਹਉ ਹਉ ਕਰਨ ਦਾ ਮਤਲਬ ਹੁੰਦਾ ਹੈ ਮੈਂ ਹੀ ਹਾਂ, ਮੇਰੀ ਹੀ ਇੰਪੋਰਟੈਂਸ ਹੈ, ਮੈਂ ਹੀ ਹੋਵਾਂ, ਮੈਂ ਵੱਡਾ ਹਾਂ। ਇਸ ਭਾਵਨਾ ਨੂੰ ਹਉ ਦੇ ਲਫ਼ਜ਼ ਦੇ ਨਾਲ ਗੁਰਬਾਣੀ ਵਿੱਚ ਬਿਆਨ ਕੀਤਾ ਜਾਂਦਾ ਹੈ। ਉਹ ਹਉ ਹਉ ਕਰਤ ਬਿਹਾਨੀਆਂ, ਬਿਹਾਨੀਆਂ ਦਾ ਭਾਵ ਹੈ ਬੀਤ ਜਾਣਾ, ਬੀਤਦੀ ਹੈ ਜ਼ਿੰਦਗੀ। ਸਾਕਤ ਮੁਗਧ ਅਜਾਨ, ਸਾਕਤ ਦਾ ਭਾਵ ਹੈ ਉਹ ਇਨਸਾਨ ਜਿਹਦੀ ਸਾਰੀ ਅਟੈਂਸ਼ਨ, ਜਿਹਦਾ ਸਾਰਾ ਧਿਆਨ ਮਾਇਆ ਦੇ ਵੱਲ ਹੀ ਹੈ, ਪਰਮਾਤਮਾ ਵਾਲੇ ਪਾਸੇ ਉਹਦਾ ਬਿਲਕੁਲ ਵੀ ਧਿਆਨ ਨਹੀਂ ਹੈ। ਮੁਗਧ ਦਾ ਅਰਥ ਹੈ ਮੂਰਖ, ਅਜਾਨ ਅਣਜਾਣ, ਜਿਹੜਾ ਅਗਿਆਨੀ ਹੈ। ਉਹ ਗੁਰੂ ਸਾਹਿਬ ਕਹਿ ਰਹੇ ਹਨ ਕਿ ਜਿਹੜੇ ਸਾਕਤ, ਮੂਰਖ ਅਤੇ ਅਣਜਾਣ ਪੁਰਖ ਹਨ, ਉਹਨਾਂ ਇਨਸਾਨਾਂ ਦੀ ਜ਼ਿੰਦਗੀ ਸਾਰੀ ਬੀਤ ਜਾਂਦੀ ਹੈ ਹਉ ਹਉ ਕਰਦਿਆਂ, ਮੈਂ ਕਰਦਿਆਂ। ਔਰ ਇਹ ਕੋਈ ਅਨੋਖੀ ਜੀ ਗੱਲ ਨਹੀਂ ਹੈ ਸਾਡੇ ਵਾਸਤੇ। ਅਸੀਂ ਆਪਣੇ ਆਲੇ ਦੁਆਲੇ ਧਿਆਨ ਨਾਲ ਅਗਰ ਝਾਤ ਮਾਰੀਏ ਤੇ ਬਹੁਤ ਸਾਰੇ ਲੋਕ, ਸ਼ਾਇਦ ਅਸੀਂ ਆਪ ਵੀ ਉਹਦੇ ਅੰਦਰ ਹੀ ਇਨਕਲੂਡਡ ਹੋਵਾਂਗੇ, ਜਿਹੜੇ ਆਪਣੀ ਸਾਰੀ ਜ਼ਿੰਦਗੀ 'ਚ ਮੈਂ ਮੇਰੀ ਵਿੱਚ ਹੀ ਖਚਤ ਰਹਿੰਦੇ ਹਨ। ਉਹਨਾਂ ਦਾ ਹਮੇਸ਼ਾ ਸਾਰੀ ਜ਼ਿੰਦਗੀ ਦਾ ਫੋਕਸ ਇਹੀ ਹੁੰਦਾ ਹੈ ਕਿ ਮੇਰੀ ਸਮਾਜ ਦੇ ਵਿੱਚ ਇੰਪੋਰਟੈਂਸ ਹੋਵੇ, ਮੈਨੂੰ ਲੋਕੀ ਵੱਡਾ ਸਮਝਣ, ਮੈਨੂੰ ਸਿਆਣਾ ਕਹਿਣ, ਮੈਨੂੰ ਆਪਣੇ ਨਾਲੋਂ ਬਿਹਤਰ ਸਮਝਣ। ਇਹ ਹਰ ਬੰਦੇ ਦੀ ਇੰਟੈਂਸ਼ਨ ਹੁੰਦੀ ਹੈ, ਬਹੁਤਿਆਂ ਦੀ। ਜ਼ਿੰਦਗੀ ਭਰ ਉਹਦੇ ਸਾਰਾ ਜਿਹੜਾ ਧਿਆਨ ਹੈ ਉਹ ਇਸੇ ਕੰਮ ਵੱਲ ਹੀ ਹੁੰਦਾ ਹੈ ਕਿ ਮੈਂ ਇੰਨਾ ਪੈਸਾ ਕਮਾ ਲਵਾਂ ਕਿ ਲੋਕੀ ਮੇਰੀ ਪੈਸੇ ਵਜੋਂ ਵੱਡੇ ਹੋਣ ਕਰਕੇ ਇੱਜ਼ਤ ਕਰਨ, ਮੈਂ ਇੰਨਾ ਜ਼ਿਆਦਾ ਗਿਆਨ ਹਾਸਲ ਕਰ ਲਵਾਂ ਕਿ ਲੋਕੀ ਮੈਨੂੰ ਸਿਆਣਾ ਸਮਝਣ। तो ਅਲੱਗ-ਅਲੱਗ ਤਰੀਕਿਆਂ ਦੇ ਨਾਲ ਹਰ ਕੋਈ ਆਪਣੀ ਸੈਲਫ ਇੰਪੋਰਟੈਂਸ ਨੂੰ ਵਧਾਉਣਾ ਚਾਹੁੰਦਾ ਹੈ, ਦੂਜਿਆਂ ਦੇ ਮੁਕਾਬਲੇ ਬਿਹਤਰ ਬਣ ਕੇ ਦਿਖਾਉਣਾ ਚਾਹੁੰਦਾ ਹੈ। ਕਈ ਤਾਂ ਐਸੇ ਹਨ ਜਿਹੜੇ ਗਿਆਨ ਔਰ ਮਿਹਨਤ ਦੇ ਆਧਾਰ ਦੇ ਉੱਤੇ ਆਪਣੇ ਆਪ ਨੂੰ ਵੱਡਾ ਸਾਬਤ ਕਰਨਾ ਚਾਹੁੰਦੇ ਹਨ, ਤੇ ਐਸੇ ਵੀ ਬਹੁਤਾਤ ਲੋਕ ਹਨ ਜਿਨ੍ਹਾਂ ਦੇ ਅੰਦਰ ਗੁਣ ਕੋਈ ਨਹੀਂ ਹੁੰਦਾ, ਪਰ ਉਹ ਫਿਰ ਵੀ ਦੂਜਿਆਂ ਨਾਲੋਂ ਬਿਹਤਰ ਬਣ ਕੇ ਦਿਖਾਉਣਾ ਚਾਹੁੰਦੇ ਹਨ ਅੱਗੇ ਜ਼ੋਰੀ। तो ऐसे लोगों की भी दुनिया 'ਚ कमी नहीं है। तो ਇਸੇ ਕਰਕੇ ਹੀ ਜਿਹੜੇ ਗੁਰੂ ਸਾਹਿਬ ਨੇ 3 ਲਫ਼ਜ਼ ਵਰਤੇ ਹਨ ਕਿ ਕਈ ਤਾਂ ਅਗਿਆਨ ਵਸ ਮੈਂ ਕਰਦੇ ਹਨ, ਕਈ ਮੂਰਖਾਂ ਵਾਂਗ ਹੀ ਮੈਂ ਕਰੀ ਜਾਂਦੇ ਹਨ, ਉਹਨਾਂ ਦੇ ਅੰਦਰ ਗੁਣ ਕੋਈ ਨਹੀਂ ਹੁੰਦਾ ਪਰ ਉਹ ਫਿਰ ਵੀ ਆਪਣੇ ਆਪ ਨੂੰ ਵੱਡਾ ਸਮਝਦੇ ਹਨ। ਤੇ ਕਈ ਜਿਹੜੇ ਮਾਇਆ ਦੇ ਸਾਧਨਾ ਦੇ ਰਾਹੀਂ ਆਪਣੀ ਮਿਹਨਤ ਕਰਕੇ, ਮਾਇਆ ਜ਼ਿਆਦਾ ਇਕੱਠੀ ਕਰਕੇ ਜਾਂ ਹੋਰ ਆਪਣੇ ਆਪ ਦੇ ਅੰਦਰ ਗੁਣ ਧਾਰਨ ਕਰਕੇ ਦੂਜਿਆਂ ਨਾਲੋਂ ਬਿਹਤਰ ਆਪਣੇ ਆਪ ਨੂੰ ਬਣਾ ਕੇ ਹੀ ਦੂਜਿਆਂ ਦੇ ਨਾਲੋਂ ਆਪਣੇ ਆਪ ਨੂੰ ਬਿਹਤਰ ਸਿੱਧ ਕਰਨਾ ਚਾਹੁੰਦੇ ਹਨ। तो ऐसे भी लोग हैं जिन्हों की सारी जिंदगी इस तरीके बीत जाती है, पर फिर उन्होंने हासिल की होंदा है। जिंदगी तो चलो इस तरीके नाल बीत गई, हर किसी की इंसान की जिंदगी ਉਹਦੀ अपनी सोच मुताबक, ਉਹਦੇ अपने ਕੀਤੇ चुने हुए रस्ते के मुताबक बीती है। तो ਜਿਹੜੇ ਇਸ ਤਰੀਕੇ ਦਾ ਮਾਰਗ ਜੀਵਨ ਦਾ ਚੁਣਦੇ ਹਨ ਕਿ ਵੀ ਮੈਂ ਇੰਝ ਹੀ ਜ਼ਿੰਦਗੀ ਬਿਤਾਣੀ ਹੈ, ਤਾਂ ਉਹਨਾਂ ਨੂੰ ਹਾਸਲ ਕੀ ਹੁੰਦਾ ਹੈ? ਗੱਲ ਤਾਂ ਹੈ ਨਾ ਐਂਡ ਰਿਜ਼ਲਟ ਦੇ ਉੱਤੇ, ਜੋ ਅਸੀਂ ਸਾਰਾ ਐਫਰਟ ਕਰਦੇ ਹਾਂ, ਸਾਰਾ ਕੁਝ ਆਪਣਾ ਸਮਾਂ ਬਿਤਾਉਂਦੇ ਹਾਂ ਜਿਸ ਆਹਰ ਦੇ ਵਿੱਚ, ਸੋਚਣ ਵਾਲੀ ਗੱਲ ਇਹ ਹੁੰਦੀ ਹੈ ਵੀ ਉਹ ਸਭ ਕੁਝ ਕਰਕੇ ਅਖੀਰ ਤੇ ਹਾਸਲ ਕੀ ਹੁੰਦਾ ਹੈ?
ਗੁਰੂ ਸਾਹਿਬ ਅਗਲੀ ਪੰਕਤੀ 'ਚ ਗੱਲ ਕਹਿੰਦੇ ਹਨ ਕਿ ਰੜਕ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤ ਕਮਾਨ। ਕਿਰਤ ਕਮਾਨ ਦਾ ਮਤਲਬ ਹੈ ਕੀਤੇ ਹੋਏ ਕਰਮ ਦੇ ਅਨੁਸਾਰ। ਕਿਰਤ ਦਾ ਅਰਥ ਹੁੰਦਾ ਹੈ ਆਪਣੀ ਕੀਤੀ ਹੋਈ ਕਮਾਈ ਜਾਂ ਜੋ ਉਹਨਾਂ ਨੇ ਐਕਚੁਅਲ ਕੰਮ ਕੀਤੇ। ਕਮਾਨ ਉਹਦੀ ਕਮਾਈ। ਕਿਰਤ ਕਮਾਨ ਦਾ ਭਾਵ ਹੋ ਗਿਆ ਕਿਰਤ ਦੇ ਅਨੁਸਾਰ ਜੋ ਕਮਾਈ ਕੀਤੀ। ਉਹ ਕੀ ਮਿਲਿਆ ਉਹਨਾਂ ਨੂੰ ਆਪਣੀ ਉਸ ਕਿਰਤ ਦੀ ਕਮਾਈ ਕਰਕੇ। ਰੜਕ ਮੁਏ ਜਿਉ ਤ੍ਰਿਖਾਵੰਤ। ਰੜਕ ਦਾ ਅਰਥ ਹੁੰਦਾ ਹੈ ਚੋਬ। ਜਿਵੇਂ ਕਿਸੇ ਬੰਦੇ ਦੇ ਪੈਰ ਦੇ ਵਿੱਚ ਕੰਡਾ ਚੁੱਭ ਜਾਏ, ਤੋ ਕੰਡਾ ਇਤਨਾ ਪਤਲਾ ਹੋਵੇ ਕਿ ਵੀ ਜਿਹੜਾ ਤੁਹਾਡੀ ਸਕਿਨ ਦੇ ਅੰਦਰ ਹੀ ਚਲਾ ਜਾਵੇ, ਤੁਹਾਨੂੰ ਬਾਹਰ ਸਿਰਫ ਉਹਦਾ ਨਾ ਐਂਟਰੀ ਦਾ ਨਿਸ਼ਾਨ ਇੱਕ ਨਜ਼ਰ ਆਉਂਦਾ, ਕਾਲਾ ਜਿਹਾ ਪੁਆਇੰਟ ਇੱਕ ਨਜ਼ਰ ਆਉਂਦਾ ਹੈ, ਤੇ ਤੁਸੀਂ ਕੋਸ਼ਿਸ਼ ਕਰਦੇ ਵੀ ਹੋ ਤੇ ਉਹ ਕੰਡੇ ਨੂੰ ਕੱਢ ਨਹੀਂ ਪਾਉਂਦੇ। ਕਈ ਵਾਰੀ ਇੰਨਾ ਬਰੀਕ ਕੰਡਾ ਬੰਦੇ ਦੇ ਪੈਰ 'ਚ ਵੜ ਜਾਂਦਾ ਹੈ, ਫਿਰ ਉਹ ਬੰਦੇ ਜਿਹੜੇ ਹਨ ਉਹ ਸੂਈ ਲੈ ਕੇ ਜਾਂ ਕਿਸੇ ਹੋਰ ਤਰੀਕੇ ਸਕਿਨ ਨੂੰ ਉਧੇੜ ਕੇ ਥੋੜਾ ਉੱਪਰਲੀ ਸਕਿਨ ਨੂੰ, ਤੇ ਫਿਰ ਜਰਾ ਜਿਹਾ ਕੰਡੇ ਨੂੰ ਉਹਨਾਂ ਦੇ ਹੱਥ 'ਚ ਉਹਨਾਂ ਦਾ ਥੋੜਾ ਜਿਹਾ ਉਹਨੂੰ ਉਹਦੇ ਤੇ ਪਕੜ ਆਉਂਦੀ ਹੈ ਤੇ ਫਿਰ ਬੜੀ ਮੁਸ਼ਕਲ ਨਾਲ ਉਹਨੂੰ ਬਾਹਰ ਕੱਢਦੇ ਹਨ। ਉਹ ਬੜਾ ਔਖਾ ਜਿਹਾ ਹੋ ਜਾਂਦਾ, ਪਰ ਉਹ ਮੰਨ ਲਓ ਭਾਵੇਂ ਇੰਨਾ ਛੋਟਾ ਜਿਹਾ ਔਰ ਬਰੀਕ ਜਿਹਾ ਕੰਡਾ ਵੀ ਹੁੰਦਾ ਹੈ, ਪਰ ਜਿੰਨਾ ਚਿਰ ਉਹ ਪੈਰ ਵਿੱਚ ਫਸਿਆ ਰਹਿੰਦਾ ਹੈ, ਤੁਸੀਂ ਜਦੋਂ ਵੀ ਤੁਰਦੇ ਹੋ ਉਹਦੀ ਚੋਭ ਤੁਹਾਨੂੰ ਹਰ ਕਦਮ ਦੇ ਉੱਤੇ ਰਿਮਾਈਂਡ ਕਰਾਉਂਦੀ ਹੈ ਕਿ ਵੀ ਕੰਡਾ ਤੁਹਾਡੇ ਪੈਰ ਦੇ ਅੰਦਰ ਹੈ ਔਰ ਤਕਲੀਫ ਵੀ ਹੁੰਦੀ ਹੈ। ਤਾਂ ਉਸ ਚੋਭ ਨੂੰ ਰੜਕ ਕਿਹਾ ਜਾਂਦਾ ਹੈ। ਤਾਂ ਰੜਕ ਮੁਏ, ਜਿਵੇਂ ਕੰਡੇ ਦੀ ਚੋਭ ਹੁੰਦੀ ਹੈ, ਤਿਵੇਂ ਹੀ ਉਹਨਾਂ ਦੀ ਸਾਰੀ ਜ਼ਿੰਦਗੀ ਦੇ ਅੰਦਰ ਇਹ ਮਾਇਆ ਦੀ ਜਿਹੜੀ ਚੋਭ ਹੈ ਉਹ ਉਹਨਾਂ ਨੂੰ ਦੁਖੀ ਕਰਦੀ ਰਹਿੰਦੀ ਹੈ ਤੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਬਿਹਤਰ ਸਾਬਤ ਕਰਨ ਦੀ ਜਿਹੜੀ ਕਾਮਨਾ ਹੈ ਉਹ ਉਹਨਾਂ ਨੂੰ ਸਤਾਉਂਦੀ ਰਹਿੰਦੀ ਹੈ, ਦੁਖੀ ਕਰਦੀ ਰਹਿੰਦੀ ਹੈ ਕਿ ਇਹ ਫਲਾਣਾ ਬੰਦਾ ਤਾਂ ਮੈਨੂੰ ਨਮਸਕਾਰ ਹੀ ਨਹੀਂ ਕਰਦਾ, ਇਹ ਮੇਰੀ ਇੱਜ਼ਤ ਨਹੀਂ ਕਰਦਾ, ਮੇਰਾ ਇਹਦੇ ਉੱਤੇ ਰੋਹਬ ਹੀ ਨਹੀਂ ਹੈ। ਤੋ ਇਹ ਚੀਜ਼ ਵੀ ਚੋਭ ਵਾਂਗ ਬੰਦੇ ਨੂੰ ਦੁਖੀ ਕਰਦੀ ਹੈ, ਅੰਦਰੋਂ ਚੁਭਦੀ ਰਹਿੰਦੀ ਹੈ। ਇਹ ਮਿਸਾਲ ਦਿੱਤੀ ਹੈ ਗੁਰੂ ਸਾਹਿਬ ਨੇ ਜਿਉਂ ਤ੍ਰਿਖਾਵੰਤ। ਤ੍ਰਿਖਾਵੰਤ ਦਾ ਅਰਥ ਹੁੰਦਾ ਹੈ ਪਿਆਸਾ ਬੰਦਾ ਤੇ ਹਯਾ, ਜਿਹਨੂੰ ਬਹੁਤ ਪਿਆਸ ਲੱਗੀ ਹੈ ਪਰ ਪਾਣੀ ਮਿਲ ਨਹੀਂ ਰਿਹਾ। ਜਿਵੇਂ ਮੰਨ ਲਓ ਕੋਈ ਰੇਗਿਸਤਾਨ ਦੇ ਅੰਦਰ ਬੰਦਾ ਫਸ ਜਾਏ, ਜਿੱਥੇ ਦੂਰ ਦੂਰ ਤੱਕ ਪਾਣੀ ਨਹੀਂ ਹੈ ਔਰ ਉਹਦੇ ਕੋਲ ਆਪਣੇ ਕੋਲ ਵੀ ਪਾਣੀ ਹੈ ਨਹੀਂ ਹੈ, ਤੇ ਹੁਣ ਉਹ ਪਿਆਸਾ ਤੜਪਦਾ ਹੈ ਕਿ ਕਿਤੋਂ ਪਾਣੀ ਮਿਲੇ, ਔਰ ਉਹਦੀ ਹਾਲਤ ਬਹੁਤ ਤਕਲੀਫ ਵਾਲੀ ਦੁੱਖ ਵਾਲੀ ਹਾਲਤ ਹੋ ਜਾਂਦੀ ਹੈ। ਤੇ ਉਹ ਪਿਆਸ ਦਾ ਮਾਰਿਆ ਉੱਪਰੋਂ ਸੂਰਜ ਦੀ ਧੁੱਪ ਕੜਾਕੇਦਾਰ ਪੈ ਰਹੀ ਹੋਵੇ, ਰੇਗਿਸਤਾਨ ਦੇ ਵਿੱਚ ਬੰਦਾ ਫਸਿਆ ਹੋਇਆ ਹੋਵੇ, ਪਾਣੀ ਕਿਤੇ ਉਹਦੇ ਅਵੇਲੇਬਲ ਨਾ ਹੋਵੇ, ਕਿ ਤੁਸੀਂ ਇਮੇਜਿਨ ਕਰ ਸਕਦੇ ਹੋ ਵੀ ਉਹਦੀ ਹਾਲਤ ਕੀ ਹੋਏਗੀ। ਤਾਂ ਗੁਰੂ ਸਾਹਿਬ ਨੇ ਉਹਦੀ ਮਿਸਾਲ ਦੇ ਕੇ ਕਿਹਾ ਹੈ ਕਿ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਹਉਮੈ ਦਾ ਦੀ ਪਕੜ ਦੇ ਵਿੱਚ ਹੋਂ ਕਰਦਿਆਂ ਹੋਇਆਂ ਮੈਂ ਕਰਦਿਆਂ ਹੋਇਆਂ ਆਪਣੀ ਜ਼ਿੰਦਗੀ ਬਿਤਾਉਂਦਾ ਹੈ, ਐਸੇ ਇਨਸਾਨ ਦੀ ਫਿਰ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ ਜਿਵੇਂ ਧਿਆਇਆ ਬੰਦਾ ਪਿਆਸ ਦਾ ਮਾਰਿਆ ਹੋਇਆ ਔਰ ਉਹਨੂੰ ਇਹ ਚੀਜ਼ ਦੁਖੀ ਕਰਦੀ ਰਹਿੰਦੀ ਹੈ, ਚੁਭਦੀ ਰਹਿੰਦੀ ਹੈ। ਤਿਵੇਂ ਹੀ ਉਸ ਹਉਮੈ ਦੇ ਮਾਰੇ ਹੋਏ ਇਨਸਾਨ ਨੂੰ ਉਹ ਹਉਮੈ ਜਿਹੜੀ ਹੈ, ਹਉਮੈ ਦਾ ਕੰਡਾ ਚੁਭਦਾ ਰਹਿੰਦਾ ਹੈ। ਜਿਹੜੇ ਅਸੀਂ ਸੋਹਿਲੇ ਦੀ ਬਾਣੀ ਦਾ ਰੋਜ਼ ਪਾਠ ਕਰਦੇ ਹਾਂ ਉਹਦੇ ਅੰਦਰ ਵੀ ਹਉਮੈ ਨੂੰ ਹੀ ਕੰਡੇ ਦੇ ਨਾਲ ਤੁਲਨਾ ਦੇ ਕੇ ਜਿਉਂ-ਜਿਉਂ ਚਲੈ ਚੁਭੈ ਦੁੱਖ ਪਾਵੈ, ਇਹ ਉੱਥੇ ਵੀ ਜ਼ਿਕਰ ਆਉਂਦਾ ਹੈ ਕਿ ਹਉਮੈ ਦਾ ਕੰਡਾ ਜਿਹੜਾ ਹੈ, ਜਿਉਂ-ਜਿਉਂ ਜ਼ਿੰਦਗੀ 'ਚ ਅੱਗੇ ਵੱਧਦੇ ਹਨ, ਕੋਈ ਵੀ ਕੰਮ ਕਰਦੇ ਹਨ, ਇਹ ਹਉਮੈ ਦਾ ਕੰਡਾ ਉਹਨਾਂ ਨੂੰ ਚੁਭਦਾ ਹੈ। ਤਾਂ ਉਸੇ ਮਿਸਾਲ ਦਾ ਇੱਥੇ ਵੀ ਇਸਤੇਮਾਲ ਕੀਤਾ ਗੁਰੂ ਸਾਹਿਬ ਨੇ। ਰੜਕ ਮੁਏ ਜਿਉਂ ਤ੍ਰਿਖਾਵੰਤ ਨਾਨਕ ਕਿਰਤ ਕਮਾਨ। ਪਰ ਇਹ ਸਭ ਦੀ ਵਜ੍ਹਾ ਇਹੀ ਹੁੰਦੀ ਹੈ ਕਿ ਜੋ ਉਹਨਾਂ ਨੇ ਜ਼ਿੰਦਗੀ 'ਚ ਕੰਮ ਕੀਤੇ ਹਨ, ਆਪਣੀ ਕਿਰਤ ਕਮਾਈ ਕੀਤੀ ਹੁੰਦੀ ਆ, ਆਪਣੇ ਕੀਤੇ ਕੰਮਾਂ ਦਾ ਜੋ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਉਹ ਇਹੀ ਹੁੰਦਾ ਹੈ ਕਿ ਹਉਮੈ ਦਾ ਕੰਡਾ ਉਹਨਾਂ ਨੂੰ ਚੁਭਦਾ ਰਹਿੰਦਾ ਹੈ, ਉਹਨਾਂ ਨੂੰ ਤੜਪਾਉਂਦਾ ਰਹਿੰਦਾ ਹੈ, ਔਰ ਇਉਂ ਤੜਪਦੇ ਹਨ ਜਿਵੇਂ ਕੋਈ ਤਿਹਾਇਆ ਮਨੁੱਖ ਪਾਣੀ ਦੀ ਅਣਹੋਂਦ ਦੇ ਵਿੱਚ ਤੜਪਦਾ ਹੈ। ਉਹ ਮਾਇਆ ਗ੍ਰਸੇ ਮੂਰਖ ਤੇ ਬੇਸਮਝ ਮਨੁੱਖਾਂ ਦੀ ਉਮਰ ਇਸੇ ਵਹਿਣ ਵਿੱਚ ਬੀਤ ਜਾਂਦੀ ਹੈ ਕਿ ਮੈਂ ਹੀ ਵੱਡਾ ਹੋਵਾਂ, ਮੈਂ ਹੀ ਹੋਵਾਂ। ਹੇ ਨਾਨਕ, ਹਉਮੈ ਦੇ ਆਸਰੇ ਕੀਤੇ ਕੰਮਾਂ ਦੇ ਕਾਰਨ ਹਉਮੈ ਦਾ ਕੰਡਾ ਚੁੱਭ ਕੇ ਹੀ ਉਹਨਾਂ ਦੀ ਆਤਮਕ ਮੌਤ ਹੋ ਜਾਂਦੀ ਹੈ। ਜਿਵੇਂ ਕੋਈ ਧਿਆਇਆ ਬੰਦਾ ਪਾਣੀ ਦੇ ਖੂਨੋਂ ਮਰਦਾ ਹੈ, ਤਿਵੇਂ ਹੀ ਉਹਨਾਂ ਦੀ ਆਤਮਕ ਮੌਤ ਹੋ ਜਾਂਦੀ ਹੈ। ਅੱਗੇ ਪੌੜੀ ਦੇ ਅੰਦਰ ਹੁਣ ਗੁਰੂ ਸਾਹਿਬ ਫਰਦਰ ਇਸੇ ਭਾਵ ਨੂੰ ਸਮਝਾਉਂਦੇ ਹਨ ਕਿ ਭਈ ਇਸ ਹਉਮੈ ਤੋਂ ਛੁਟਕਾਰਾ ਫਿਰ ਹੋ ਕਿਵੇਂ ਸਕਦਾ ਹੈ। ਪੌੜੀ ਰਾੜਾ ਰਾੜ ਮਿਟੈ
संग साधु, कर्म धर्म तत् नाम अराधु, रूड़ो जे बस्यो हृद माही, उआ की डाड़ मिटत बिन साही, डाड़ करत साकत गावारा, जे हिय अहंग बुद्ध विकारा, डाड़ा गुरमुख डाड़ मिटाई, निमख माहे नानक समझाई। तो डाड़े अखर का रेफरेंस दे के डाड़े अखर का जिक्र करके गुरु साहब कहते हैं कि डाड़ मिटै संग साधु। तो डाड़ का अर्थ है कोई चोब, जिवें पिछे श्लोक च डड़क लफज वरत्या है, इत्थे डाड़ वरत्या है, डाड़ का अर्थ भी चोब है। ਇਹ ਰਾੜ ਮਿਟੈ, ਮਿਟਦੀ ਹੈ, ਮਿਟ ਸਕਦੀ ਹੈ। ਉੱਥੇ ਤਾਂ ਗੱਲ ਕੀਤੀ ਸੀ ਨਾ ਕਿ ਰਾੜ ਰੜਕ ਨਾਲ ਉਹ ਉਸ ਦੀ ਆਤਮਕ ਮੌਤ ਹੋ ਜਾਂਦੀ ਹੈ। ਹੁਣ ਗੱਲ ਕਰ ਰਹੇ ਹਨ ਕਿ ਇਹਦੇ ਤੋਂ ਖਲਾਸੀ ਮਿਲ ਸਕਦੀ ਹੈ, ਛੁਟਕਾਰਾ ਮਿਲ ਸਕਦਾ ਹੈ। ਰਾੜ ਮਿਟੈ ਸੰਗ ਸਾਧੂ, ਸਾਧੂ ਦਾ ਜੋ ਭਾਵਰਥ ਹੈ ਇੱਥੇ ਉਹ ਪੂਰਨ ਗੁਰੂ ਵਾਸਤੇ ਹੀ ਹੈ, ਸੱਚੇ ਗੁਰੂ ਵਾਸਤੇ। ਤੇ ਉਹ ਸਾਧੂ ਦੀ ਸੰਗਤ ਵਿੱਚ, ਪੂਰੇ ਗੁਰੂ ਦੀ ਸੰਗਤ ਦੇ ਅੰਦਰ ਇਹ ਰਾੜ ਮਿਟ ਜਾਂਦੀ ਹੈ। ਹਉਮੈ ਤੋਂ ਛੁਟਕਾਰਾ ਮਿਲ ਸਕਦਾ ਹੈ, ਹਉਮੈ ਦੀ ਚੁਭਨ ਤੋਂ ਖਲਾਸੀ ਹੋ ਸਕਦੀ ਹੈ ਜੇ ਪੂਰੇ ਗੁਰੂ ਦੀ ਸੰਗਤ ਕੀਤੀ ਜਾਵੇ। ਕਿਉਂਕਿ ਪੂਰੇ ਗੁਰੂ ਦੀ ਸੰਗਤ ਵਿੱਚ ਤੁਹਾਨੂੰ ਇੱਕੋ ਹੀ ਉਪਦੇਸ਼ ਮਿਲਦਾ ਹੈ, ਇੱਕੋ ਹੀ ਸਿੱਖਿਆ ਮਿਲਦੀ ਹੈ, ਉਹ ਹੈ ਪ੍ਰਭੂ ਦੇ ਨਾਮ ਦੇ ਨਾਲ ਜੁੜਨਾ, ਪ੍ਰਭੂ ਦੇ ਨਾਮ ਨੂੰ ਹਿਰਦੇ 'ਚ ਵਸਾਉਣਾ। ਤੇ ਪ੍ਰਭੂ ਦਾ ਨਾਮ ਹੀ ਇੱਕ ਐਸਾ ਇਲਾਜ ਹੈ, ਐਸਾ ਦਾਰੂ ਹੈ ਜੋ ਹਉਮੈ ਦੇ ਰੋਗ ਨੂੰ ਕੱਟਣ ਦੇ ਸਮਰੱਥ ਹੈ। ਹੋਰ ਕੋਈ ਵੀ ਸਾਧਨ, ਕੋਈ ਕਰਮ ਕਾਂਡ, ਕੋਈ ਐਕਸਰਸਾਈਜ਼ ਹਉਮੈ ਦੇ ਰੋਗ ਨੂੰ ਕੱਟਣ ਦੇ ਵਿੱਚ ਸਫਲ ਨਹੀਂ ਹੁੰਦੀ। ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਹੈ ਜੋ ਹਉਮੈ ਦੇ ਰੋਗ ਤੋਂ ਛੁਟਕਾਰਾ ਦਿਵਾ ਸਕਦਾ ਹੈ। ਤੇ ਪ੍ਰਭੂ ਦਾ ਨਾਮ ਜਿਹੜਾ ਹੈ ਉਹਦੀ ਪ੍ਰਾਪਤੀ ਹੁੰਦੀ ਹੈ ਪੂਰੇ ਗੁਰੂ ਦੀ ਸ਼ਰਨ ਵਿੱਚ ਪਿਆ, ਪੂਰੇ ਗੁਰੂ ਦੀ ਸੰਗਤ ਦੇ ਵਿੱਚੋਂ। ਤਾਂ ਇਸ ਲਈ ਪੌੜੀ ਦੀ ਪਹਿਲੀ ਲਾਈਨ ਵਿੱਚ ਗੁਰੂ ਸਾਹਿਬ ਇਹ ਅਸ਼ੋਰੈਂਸ ਸਾਨੂੰ ਦੇ ਰਹੇ ਹਨ, ਇਲਾਜ ਦੀ ਗੱਲ ਕਰ ਰਹੇ ਹਨ ਕਿ ਰਾੜ ਮਿਟੈ ਸੰਗ ਸਾਧੂ। ਪੂਰੇ ਗੁਰੂ ਦੀ ਸੰਗਤ ਕਰੋਗੇ ਤੇ ਰਾੜ ਮਿਟ ਜਾਏਗੀ, ਇਹ ਹਉਮੈ ਦੀ ਚੁਭਨ ਮਿਟ ਜਾਏਗੀ। और अगली पंक्ति कहते हैं कि कर्म धर्म तत् नाम अराधु, कि ਉਹ ਕਰਮ ਤੇ ਉਹ ਧਰਮ ਜਿਹੜਾ ਹਉਮੈ ਨੂੰ ਮਿਟਾ ਸਕਦਾ ਹੈ। ਕਰਮ ਤੋਂ ਭਾਵ ਹੈ ਕੰਮ, ਧਰਮ ਹੈ ਉਹ ਜੀਵਨ ਦੀ ਜੁਗਤ। ਉਹ ਧਾਰਮਿਕ ਕਰਮ ਦਾ ਜੋ ਤੱਤ ਹੈ ਉਹ ਹੈ ਨਾਮ ਅਰਾਧੂ। ਉਸ ਧਾਰਮਿਕ ਕਰਮ ਦਾ ਜੋ ਤੱਤ ਹੈ, ਨਿਚੋੜ ਹੈ, ਅਸਲੀਅਤ ਹੈ, ਜੋ ਤੱਤ ਸਾਰ ਹੈ, ਜੋ ਮੇਨ ਉਹਦਾ ਜੋ ਜਿਹੜਾ ਮਕਰੰਦ ਉਹਦਾ ਕਿਹਾ ਜਾ ਸਕਦਾ, ਜੋ ਸੈਂਟਰਲ ਆਈਡੀਆ ਜੋ ਸਾਰੇ ਧਰਮ ਕਰਮ ਦਾ, ਉਹ ਹੈ ਨਾਮ ਅਰਾਧੂ। ਨਾਮ ਦੀ ਆਰਾਧਨਾ, ਨਾਮ ਨੂੰ ਧਿਆਉਣਾ, ਨਾਮ ਨੂੰ ਹਿਰਦੇ 'ਚ ਵਸਾਉਣਾ, ਇਹੀ ਧਰਮ ਦੇ ਕਰਮ ਦਾ ਤੱਤ ਸਾਰ ਹੈ। ਔਰ ਇਹ ਪ੍ਰਾਪਤ ਹੁੰਦਾ ਹੈ ਸੰਗ ਸਾਧੂ ਤੋਂ, ਸਾਧੂ ਦੀ ਸੰਗਤ ਚੋਂ, ਪੂਰੇ ਗੁਰੂ ਦੀ ਸੰਗਤ ਵਿੱਚੋਂ। ਤੋ ਹਿਰਦੇ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਵੇ, ਇਹੀ ਇੱਕ ਤਰੀਕਾ ਹੈ ਇਹ ਰਾੜ ਨੂੰ ਮਿਟਾਉਣ ਦਾ, ਹਉਮੈ ਨੂੰ ਖਤਮ ਕਰਨ ਦਾ। ਫਿਰ ਅਗਲੀ ਪੰਕਤੀ 'ਚ ਇਸੇ ਗੱਲ ਨੂੰ ਹੀ ਹੋਰ ਐਕਸਪਲੇਨ ਕਰਦੇ ਹਨ ਕਿ ਰੂੜੋ ਜੇ ਬਸਿਓ ਰਿਦ ਮਾਹੀ, ਵਾ ਕੀ ਰਾੜ ਮਿਟਤ ਬਿਨ ਸਾਹੀ। ਰੂੜੋ, ਰੂੜੋ ਦਾ ਅਰਥ ਹੁੰਦਾ ਹੈ ਸੁੰਦਰ, ਸੋਹਣਾ। ਰੂੜੋ, ਗੂੜੋ, ਗਹਿਰ, ਗੰਭੀਰੋ, ਇਹ ਵੀ ਹੋਰ ਜਗ੍ਹਾ ਤੇ ਲਫ਼ਜ਼ ਇਸਤੇਮਾਲ ਹੋਇਆ ਹੈ। ਰੂੜੋ ਅਤੇ ਰੰਗੋ ਲੂੜ ਹੈ, ਇਸ ਤਰ੍ਹਾਂ ਵੀ ਇਹ ਬਾਣੀ 'ਚ ਪੰਕਤੀਆਂ ਆਉਂਦੀਆਂ ਨੇ। ਤਾਂ ਰੂੜੋ ਦਾ ਜੋ ਭਾਵ ਹੈ ਸੁੰਦਰ ਹੈ। ਔਰ ਰੂੜੋ ਜੇ ਬਸਿਓ, ਤਾਂ ਇਹ ਰੂੜੋ ਲਫ਼ਜ਼ ਆਇਆ ਹੈ ਪਰਮਾਤਮਾ ਦੇ ਰੈਫਰੈਂਸ ਦੇ ਵਿੱਚ, ਕਿਉਂਕਿ ਦੁਨੀਆ ਦੇ ਵਿੱਚ ਸਭ ਤੋਂ ਸੁੰਦਰ ਤਾਂ ਕੇਵਲ ਤੇ ਕੇਵਲ ਪਰਮਾਤਮਾ ਹੀ ਹੈ। ਠੀਕ ਹੈ, ਅਸੀਂ ਦੁਨੀਆਦਾਰ ਲੋਕਾਂ ਨੇ ਆਪਣੇ ਆਪ ਨੂੰ ਪਰਚਾਣ ਵਾਸਤੇ ਕਈ ਸਾਰੇ ਇਹੋ ਜਿਹੇ ਅਡੰਬਰ ਰਚੇ ਹੋਏ ਹਨ। ਕੋਈ ਮਿਸ ਵਰਲਡ ਦਾ ਕੰਪੀਟੀਸ਼ਨ, ਕੋਈ ਮਿਸ ਯੂਨੀਵਰਸ ਦਾ ਕੰਪੀਟੀਸ਼ਨ, ਕੋਈ ਮਿਸਟਰ ਵਰਲਡ ਦਾ। ਤੇ ਅਸੀਂ ਜਗਤ ਸੁੰਦਰੀ ਦੇ ਨਾਮ ਦੇ ਉੱਤੇ ਉਹਨਾਂ ਨੂੰ ਟਾਈਟਲ ਦੇ ਦਿੰਦੇ ਹਾਂ, ਖਿਤਾਬ ਦੇ ਦਿੰਦੇ ਹਾਂ। ਪਰ ਉਹ ਸਿਰਫ ਬਾਹਰਲੀ ਸੁੰਦਰਤਾ ਹੈ, ਟੈਂਪਰੇਰੀ ਸੁੰਦਰਤਾ ਹੈ, ਜਿਹਦੇ ਮਿਟਦਿਆਂ ਪਤਾ ਵੀ ਨਹੀਂ ਲੱਗਦਾ ਕਿ ਕਿਵੇਂ ਖਤਮ ਹੋ ਜਾਂਦੀ ਹੈ। ਅਸਲ ਜੋ ਸੁੰਦਰਤਾ ਹੈ ਉਹ ਸਭ ਪਰਮਾਤਮਾ ਪਾਸੋਂ ਹੀ ਪ੍ਰਾਪਤ ਹੁੰਦੀ ਹੈ। ਜਿਹੜੀ ਉਹਨਾਂ ਸੁੰਦਰੀਆਂ ਨੂੰ ਵੀ ਪ੍ਰਾਪਤ ਹੋਈ ਹੈ ਉਹ ਵੀ ਪਰਮਾਤਮਾ ਦੀ ਬਖਸ਼ਿਸ਼ ਸਦਕਾ ਹੀ ਮਿਲੀ ਹੁੰਦੀ ਹੈ। ਪਰ ਅਸਲ ਸੁੰਦਰ ਜੋ ਹੈ
वो है परमात्मा, जिहदे अंदर कोई खोट नहीं है, कोई कमी नहीं है, कोई मैल नहीं है। मैल तो रहत है। दुनियावी सुंदरता ਤਾਂ ਕਈ ਵਾਰੀ ਸਿਰਫ ਦਿਖਾਵੇ ਦੀ ਸੁੰਦਰਤਾ ਹੁੰਦੀ ਹੈ। ਉੱਪਰੋਂ ਦੀ ਚਿਕਨੇ ਚੋਪੜੇ ਕਈ ਚੀਜ਼ਾਂ ਦਿਖਾਵੇ ਦੀਆਂ ਚੀਜ਼ਾਂ ਦੇ ਨਾਲ ਬਣਾਈ ਜਾਂਦੀ ਸੁੰਦਰਤਾ ਹੈ। ਪਰ ਅਸਲ ਰੂਪ ਸੁੰਦਰ ਜੋ ਹੈ ਉਹ ਪਰਮਾਤਮਾ ਹੀ ਹੈ। ਉਹ ਪਰਮਾਤਮਾ ਨੂੰ ਹੀ ਰੈਫਰ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ ਕਿ ਰੂਹੋ ਜੇ ਬਸਿਓ ਰਿਦ ਮਾਹੀ। ਜਿਸ ਮਨੁੱਖ ਦੇ ਹਿਰਦੇ ਦੇ ਰਿਦ ਮਨੇ ਹਿਰਦਾ, ਮਾਹੀ ਹਿਰਦੇ ਦੇ ਅੰਦਰ, ਜਿਸ ਦੇ ਹਿਰਦੇ ਦੇ ਅੰਦਰ ਉਹ ਰੂੜੋ ਉਹ ਸੁੰਦਰ ਪਰਮਾਤਮਾ ਆ ਕੇ ਵਸ ਜਾਵੇ ਤਾਂ ਕੀ ਹੁੰਦਾ ਹੈ। ਉਆ ਕੀ ੜਾੜ ਮਿਟਤ ਬਿਨਸਾਹੀ। ਉਆ ਕੀ ਉਸ ਦੀ ੜਾੜ ਚੁਭਨ, ਉਹ ਜਿਹੜੀ ਹਉਮੈ ਦੀ ਚੁਭਨ ਹੈ ਜਿਹਦੇ ਤੋਂ ਉਹ ਦੁੱਖ ਪ੍ਰਾਪਤ ਹੋ ਰਿਹਾ, ਉਹਨੂੰ ਦੁਖੀ ਹੋ ਰਿਹਾ ਹੈ, ਜਿਹੜੀ ਹਉਮੈ ਦੀ ਚੁਭਨ ਉਹਨੂੰ ਤੰਗ ਕਰ ਰਹੀ ਹੈ, ਮਿਟਤ ਬਿਨਸਾਹੀ, ਉਹ ਮਿਟ ਜਾਂਦੀ ਹੈ, ਬਿਨਸ ਜਾਂਦੀ ਹੈ, ਉਹਦਾ ਨਾਸ਼ ਹੋ ਜਾਂਦਾ ਹੈ, ਖਤਮ ਹੋ ਜਾਂਦੀ, ਮੁੱਕ ਜਾਂਦੀ ਹੈ ਬਿਲਕੁਲ ਹੀ। ਉਹ ਇਹਨਾਂ ਚਾਰਾਂ ਪੰਕਤੀਆਂ ਦੇ ਅੰਦਰ ਇਸ ਹਉਮੈ ਦੇ ਇਲਾਜ ਦੀ ਹੀ ਗੱਲ ਕੀਤੀ ਗਈ ਹੈ ਕਿ ੜਾੜ ਮਿਟੈ ਸੰਗ ਸਾਧੂ। ਹਉਮੈ ਦੀ ਚੁਭਨ ਮਿਟਦੀ ਹੈ ਸਾਧੂ ਦੇ ਸੰਗਤ, ਗੁਰੂ ਦੀ ਸੰਗਤ ਵਿੱਚ, ਕਿਉਂਕਿ ਗੁਰੂ ਦੀ ਸੰਗਤ ਦੇ ਵਿੱਚ ਜੋ ਧਰਮ ਕਰਮ ਦਾ ਜੋ ਤੱਤ ਹੈ, ਸਾਰ ਹੈ, ਨਿਚੋੜ ਹੈ, ਉਹ ਹੈ ਨਾਮ ਅਰਾਧੂ, ਨਾਮ ਦੀ ਆਰਾਧਨਾ ਕਰਨੀ, ਨਾਮ ਜਪਣਾ। ਉਹ ਨਾਮ ਮਿਲਦਾ ਹੈ ਗੁਰੂ ਦੀ ਸੰਗਤ ਵਿੱਚੋਂ। ਜਿਹੜੇ ਬੰਦੇ ਦੀ ਹਿਰਦੇ ਦੇ ਅੰਦਰ ਉਹ ਪ੍ਰਭੂ ਆ ਕੇ ਵਸ ਜਾਂਦਾ ਹੈ ਉਸ ਨਾਮ ਨੂੰ ਜਪਣ ਦਾ ਸਦਕਾ, ਉਹ ਕੀ ੜਾੜ ਮਿਟਤ ਬਿਨਸਾਈ, ਉਹਦੇ ਹਿਰਦੇ ਦੇ ਵਿੱਚੋਂ, ਉਹਦੇ ਜੀਵਨ ਦੇ ਵਿੱਚੋਂ ਇਹ ਹਉਮੈ ਦੀ ਚੁਭਨ ਮਿਟ ਜਾਂਦੀ ਹੈ, ਨਾਸ਼ ਹੋ ਜਾਂਦੀ ਹੈ। ਪਰ ਇਸ ਦੇ ਉਲਟ ਅੱਗੇ ਗੁਰੂ ਸਾਹਿਬ ਕਹਿੰਦੇ ਹਨ ਕਿ ੜਾੜ ਕਰਤ ਸਾਕਤ ਗਵਾਰਾ ਜੇ ਹੀਐ ਅਹੰ ਬੁੱਧ ਵਿਕਾਰਾ। ਇਹ ਜਿਹੜੇ ਸਾਕਤ ਅਤੇ ਗਵਾਰ ਹਨ, ਜਿਹੜੇ ਮਾਇਆ ਦੇ ਮਗਰ ਹੀ ਲੱਗੇ ਹੋਏ ਹਨ, ਜਿਨ੍ਹਾਂ ਦੀ ਸੋਚ ਸਾਰੀ ਮਾਇਆ ਦੇ ਉੱਤੇ ਹੀ ਕੇਂਦਰਿਤ ਹੈ, ਉਹਨਾਂ ਦੇ ਜ਼ਿੰਦਗੀ ਦੇ ਅੰਦਰ ਇਹ ਜਿਹੜੀ ਰਾੜ ਹੈ ਇਹ ਬਣੀ ਰਹਿੰਦੀ ਹੈ, ਟਿਕੀ ਰਹਿੰਦੀ ਹੈ। ਹਉਮੈ ਵਾਲੀ ਰੜਕ ਉਹਨਾਂ ਦੀ ਕਾਇਮ ਰਹਿੰਦੀ ਹੈ। ਰਾੜ ਕਰਤ ਸਾਕਤ ਗਵਾਰਾ ਜੇ ਹੀ ਹੈ ਅਹੰ ਬੁੱਧ ਵਿਕਾਰਾ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਹਉਮੈ ਦੇ ਵਿਕਾਰ ਜਿਹੜੇ ਹਨ ਉਹ ਕਾਇਮ ਹੁੰਦੇ ਹਨ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਵਸਦਾ, ਬਲਕਿ ਹੰਕਾਰ ਵਾਲੀ ਬੁੱਧੀ ਅਤੇ ਉਹਦੇ ਤੋਂ ਪੈਦਾ ਹੋਣ ਵਾਲੇ ਵਿਕਾਰ ਹੀ ਵਸਦੇ ਹਨ, ਤਾਂ ਉਹਨਾਂ ਸਾਕਤ ਅਤੇ ਮੂਰਖਾਂ ਦੇ ਜਿਹੜੀ ਚੋਭ ਹੈ ਹਉਮੈ ਦੀ ਉਹ ਬਣੀ ਰਹਿੰਦੀ ਹੈ, ਕਾਇਮ ਰਹਿੰਦੀ ਹੈ। ਉਹਨਾਂ ਦੀ ਹਉਮੈ ਦੀ ਚੋਭ ਨਹੀਂ ਮਿਟਦੀ। ਤੋੜਾੜ ਕਰਤ ਸਾਕਤ ਗਵਾਰਾ ਜੇ ਹੀ ਹੈ ਅਹੰ ਬੁੱਧ ਵਿਕਾਰਾ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਦੀ ਥਾਂ ਹਉਮੈ ਹੰਕਾਰ ਦੀ ਬੁੱਧੀ ਹੀ ਅਤੇ ਉਸ ਤੋਂ ਪੈਦਾ ਹੋਣ ਵਾਲੇ ਵਿਕਾਰ ਜਿਹੜੇ ਹਨ ਉਹ ਟਿਕੇ ਰਹਿੰਦੇ ਹਨ, ਤਾਂ ਉਹਨਾਂ ਦੀ ਹਉਮੈ ਦੀ ਚੋਭ ਜਿਹੜੀ ਹੈ ਉਹ ਖਤਮ ਨਹੀਂ ਹੁੰਦੀ। ਅਖੀਰਲੀ ਪੰਕਤੀ 'ਚ ਫਿਰ ਇਸ ਹਉਮੈ ਨੂੰ ਮਿਟਾਉਣ ਦਾ ਵਰਣਨ ਕਰਦੇ ਹਨ ਕਿ ੜਾੜਾ ਗੁਰਮੁਖ ੜਾੜ ਮਿਟਾਈ ਨਿਮਖ ਮਾਹੇ ਨਾਨਕ ਸਮਝਾਈ। हे ਨਾਨਕ, ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ, ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਹਉਮੈ ਵਾਲੀ ਚੋਭ ਦੂਰ ਕਰ ਲਈ, ਗੁਰਮੁਖ ੜਾੜ ਮਿਟਾਈ। ੜਾੜਾ ਅੱਖਰ ਦਾ ਰੈਫਰੈਂਸ ਫਿਰ ਤੋਂ ਦੇ ਰਹੇ ਹਨ ਦੁਬਾਰਾ। ਗੁਰਮੁਖ ੜਾੜ ਮਿਟਾਈ, ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਇਹ ੜਾੜ, ਇਹ ਚੋਭ, ਹਉਮੈ ਦੀ ਚੋਭ ਮਿਟਾ ਲਈ, ਨਿਮਖ ਮਾਹੇ ਨਾਨਕ ਸਮਝਾਈ। ਪੂਰਾ ਗੁਰੂ ਜਿਹੜਾ ਹੈ ਇੱਕ ਨਿਮਖ ਦੇ ਵਿੱਚ, ਇੱਕ ਅੱਖ ਫੁਰਕਣ ਦੇ ਸਮੇਂ ਜਿਹਦੇ ਵਿੱਚ ਭਾਵ ਬਹੁਤ ਹੀ ਮਾਮੂਲੀ ਜਿਹੇ ਸਮੇਂ ਦੇ ਅੰਦਰ। ਸਾਡੀ ਕਲਾਸ ਵਿੱਚ ਵੀਰ ਜਗੀਰ ਸਿੰਘ ਜੀ ਆਉਂਦੇ ਹਨ, ਉਹਨਾਂ ਨੇ ਪਿਛਲੀ ਵਾਰੀ ਪੂਰੀ ਡਿਟੇਲ ਦੇ ਨਾਲ ਇਹ ਜਿਹੜੀਆਂ ਮੇਜਰਮੈਂਟ ਹੈਗੀਆਂ ਉਹਨਾਂ ਦੇ ਬਾਰੇ ਜਾਣਕਾਰੀ ਸਾਨੂੰ ਦਿੱਤੀ ਸੀ। ਤਾਂ ਨਿਮਖ ਦਾ ਜਿਹੜਾ ਸਮਾਂ ਹੈ ਉਹ 0.03 ਸੈਕਿੰਡ ਹੈ, 3/100th of a second, मतलब मामूली ਜਿਹਾ ਸਮਾਂ। तो ਆਮ ਤੌਰ ਤੇ ਨਿਮਖ ਦਾ ਜੋ ਆਖਰੀ ਅਰਥ ਕੀਤੇ ਜਾਂਦੇ ਹਨ ਕਿ ਅੱਖ ਝਪਕਣ ਜਿੰਨਾ ਸਮਾਂ, ਇੰਨੇ ਹਲਕੇ ਥੋੜੇ ਜਿਹੇ ਸਮੇਂ ਦੇ ਅੰਦਰ, ਭਾਵ ਇਨ ਨੋ ਟਾਈਮ ਗੁਰੂ ਜਿਹੜਾ ਹੈ ਉਸ ਆਤਮਕ ਆਨੰਦ ਦੀ ਸੋਝੀ ਕਰਾ ਦਿੰਦਾ ਹੈ, ਬਸ਼ਰਤੇ
ਕਿ ਉਹਦੀ ਸਿੱਖਿਆ ਦੇ ਉੱਤੇ ਚੱਲਿਆ ਜਾਵੇ, ਮਨ ਮੰਨ ਜਾਵੇ। तो ਜਿਹੜਾ ਗੁਰੂ ਦੇ ਸਨਮੁਖ ਹੋ ਜਾਵੇ, ਭਾਵ ਜਿਹੜਾ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਵੇ ਔਰ ਉਸ ਸਿੱਖਿਆ ਨੂੰ ਜੀਵਨ ਵਿੱਚ ਅਪਣਾ ਲਵੇ, ਤਾਂ ਉਹਦੇ ਅੰਦਰੋਂ ਤਾਂ ਇੱਕ ਨਿਮਖ ਵਿੱਚ ਹੀ ਇਹ ਹਉਮੈ ਦਾ ਨਾਸ ਹੋ ਜਾਂਦਾ ਹੈ, ਮਿਟ ਜਾਂਦੀ ਹੈ, ਅਤੇ ਉਹਨੂੰ ਉਸ ਆਤਮਕ ਆਨੰਦ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ, ਜਿਹਨੂੰ ਹਾਸਲ ਕਰਨ ਲਈ ਜੋਗੀ, ਸਿੱਧ, ਸਾਧਕ ਆਦਿ ਤਪਸਵੀ ਲੋਕ ਪੂਰੀ ਜ਼ਿੰਦਗੀ ਜਿਹੜੀ ਹੈ ਗਵਾ ਦਿੰਦੇ ਹਨ, ਤੇ ਫਿਰ ਉਹਨਾਂ ਨੂੰ ਵੀ ਕੋਈ ਸਫਲਤਾ ਮਿਲਦੀ ਨਹੀਂ ਹੈ। ਪਰ ਸੱਚੇ ਗੁਰੂ ਦੀ ਸਿੱਖਿਆ ਨੂੰ ਹਾਸਲ ਕਰਕੇ, ਉਹਦੇ ਤੇ ਪੂਰਨ ਭਰੋਸਾ ਕਰਕੇ ਉਹਨੂੰ ਜੀਵਨ ਵਿੱਚ ਅਪਣਾਇਆ, ਇਹ ਜੋ ਹਉਮੈ ਦੀ ਚੋਭ ਹੈ ਉਹ ਮਿਟ ਜਾਂਦੀ ਹੈ ਅਤੇ ਆਤਮਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਇੱਕ ਨਿਮਖ ਦੇ ਵਿੱਚ। ਤੋ ਰਾੜਾ ਗੁਰਮੁਖ ਅੜਾੜ ਮਿਟਾਈ, ਨਿਮਖ ਮਾਹੇ ਨਾਨਕ ਸਮਝਾਈ। ਇਹ ਸੋਝੀ ਪ੍ਰਾਪਤ ਹੋ ਜਾਂਦੀ ਹੈ, ਇਹ ਆਤਮਕ ਆਨੰਦ ਦੀ ਅਵਸਥਾ ਮਿਲ ਜਾਂਦੀ ਹੈ, ਉਹਦੀ ਝਲਕ ਮਿਲ ਜਾਂਦੀ ਹੈ, ਸਮਝ ਪੈ ਜਾਂਦੀ ਹੈ ਇੱਕ ਨਿਮਖ ਦੇ ਵਿੱਚ ਹੀ ਗੁਰੂ ਦੇ ਸਨਮੁਖ ਹੋਇਆ। ਇਹ ਇਸ ਪੌੜੀ ਦਾ ਉਪਦੇਸ਼ ਹੈ। ਹੁਣ ਅਗਲੀ ਪੌੜੀ ਦੇ ਨਾਲ ਜੋ ਸ਼ਲੋਕ ਹੈ ਉਸਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ, ਸ਼ਲੋਕ, ਸਾਧੂ ਕੀ ਮਨ ਓਟ ਗਹੋ, ਉਕਤ ਸਿਆਣਪ ਤਿਆਗ, ਗੁਰ ਦੀਖਿਆ ਜੇ ਮਨ ਬਸੈ, ਨਾਨਕ ਮਸਤਕ ਭਾਗ। ਹੁਣ ਪਿਛਲੀ ਪੌੜੀ ਦੇ ਅੰਦਰ ਵੀ ਪੂਰੀ ਗੱਲ ਇਹੀ ਸਮਝਾਈ ਗਈ ਸੀ ਕਿ ਗੁਰੂ ਦੇ ਸਨਮੁਖ ਹੋਇਆ, ਗੁਰੂ ਦੀ ਸਿੱਖਿਆ ਧਾਰਨ ਕੀਤਿਆਂ, ਸਾਧੂ ਸੰਗ ਕੀਤਿਆਂ, ਪ੍ਰਭੂ ਦਾ ਨਾਮ ਜਪਣ ਦੀ ਸਿੱਖਿਆ ਮਿਲਦੀ ਹੈ, ਜੋ ਹਉਮੈ ਦੀ ਚੋਭ ਨੂੰ ਖਤਮ ਕਰਨ ਦੇ ਸਮਰੱਥ ਹੈ। ਪ੍ਰਭੂ ਦੇ ਨਾਮ ਦੇ ਨਾਲ ਜੁੜਿਆ, ਸੁਰਤ ਜੋੜਿਆ, ਹਉਮੈ ਦਾ ਨਾਸ਼ ਹੋ ਜਾਂਦਾ ਹੈ, ਹਉਮੈ ਦੀ ਚੋਭ ਮਿਟ ਜਾਂਦੀ ਹੈ, ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। तो इसलिए इस श्लोक के अंदर भी ਹੁਣ ਇਸੇ ਗੱਲ ਦੀ ਹੀ ਪ੍ਰੇਰਣਾ ਕੀਤੀ ਗਈ ਹੈ ਕਿ हे ਮੇਰੇ ਮਨ, ਸਾਧੂ ਦੀ ਓਟ ਪਕੜ ਲੈ, ਸਾਧੂ ਕੀ ਮਨ ਓਟ ਗਹੋ, ਗਹੋ ਦਾ ਅਰਥ ਹੁੰਦਾ ਹੈ ਪਕੜ ਲੈ। ਸਾਧੂ ਦਾ ਭਾਵ ਪੂਰਾ ਗੁਰੂ, ਸੱਚਾ ਗੁਰੂ। ਉਕਤ ਸਿਆਣਪ ਤਿਆਗ, ਉਕਤ, ਉਕਤ ਦਾ ਮਤਲਬ ਹੁੰਦਾ ਹੈ ਉਕਤੀ, ਯੁਕਤੀ, ਭਾਵ ਦਲੀਲਬਾਜ਼ੀ, ਆਰਗੂਮੈਂਟ, ਸਿਆਣਪ ਆਪਣੀ। ਔਰ ਸਿਆਣਪ ਦਾ ਵੀ ਭਾਵ ਹੋਈ ਹੈ ਵੀ ਆਪਣੇ ਜੋ ਨੌਲੇਜ ਹੈ, ਜੋ ਤੁਹਾਡਾ ਗਿਆਨ ਹੈ, ਉਹਦੇ ਆਧਾਰ ਦੇ ਉੱਤੇ ਤੁਸੀਂ ਆਰਗੂਮੈਂਟ ਕਰਦੇ ਹੋ, ਇਹ ਕਿਵੇਂ ਹੋ ਸਕਦਾ ਹੈ, ਇਹ ਲੌਜੀਕਲ ਨਹੀਂ ਹੈ, ਇਹਨੂੰ ਇੰਜ ਕਰਨਾ ਚਾਹੀਦਾ ਹੈ, ਮੈਨੂੰ ਪਤਾ ਹੈ ਕਿ ਕਿਹੜਾ ਰਸਤਾ ਚੰਗਾ ਕਿਹੜਾ ਮਾੜਾ ਹੈ। ਤੋ ਇਹ ਜਿਹੜਾ ਗਿਆਨ ਦਾ ਆਧਾਰਿਤ ਹੰਕਾਰ ਹੁੰਦਾ ਹੈ, ਉਹ ਵੀ ਹਉਮੈ ਦੇ ਤਿਆਗ ਦੇ ਰਸਤੇ ਦੇ ਵਿੱਚ ਰੁਕਾਵਟ ਬਣ ਜਾਂਦਾ ਹੈ। ਤੋ ਇਹ ਉਕਤੀਆਂ, ਯੁਕਤੀਆਂ ਤੇ ਸਿਆਣਪਾਂ ਦਾ ਤਿਆਗ ਕਰਨ ਦੀ ਗੁਰੂ ਸਾਹਿਬ ਇੱਥੇ ਗੱਲ ਕਰ ਰਹੇ ਹਨ ਕਿ ਜਦ ਤੱਕ ਬੰਦੇ ਨੂੰ ਗਿਆਨ ਦਾ ਵੀ ਹੰਕਾਰ ਹੁੰਦਾ ਹੈ, ਤਦ ਤੱਕ ਵੀ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣਾ ਜਿਹੜਾ ਹੈ ਇੱਕ ਔਖਾ ਜਿਹਾ ਕੰਮ ਹੋ ਜਾਂਦਾ ਹੈ। ਬੰਦੇ ਦੀ ਆਪਣੀ ਜਿਹੜੀ ਸਿਆਣਪ ਹੈ ਉਹੀ ਰਾਹ 'ਚ ਰੁਕਾਵਟ ਬਣ ਜਾਂਦੀ ਹੈ। ਲੈ, ਇਨ ਮਾਈ ਓਪੀਨੀਅਨ ਦਿਸ ਇਜ਼ ਨਾਟ ਪੋਸੀਬਲ। ਉਹ ਬੰਦਾ ਆਪਣੇ ਓਪੀਨੀਅਨ ਨੂੰ ਹਰ ਥਾਂ ਦੇ ਉੱਤੇ ਅੱਗੇ ਲੈ ਆਉਂਦਾ ਹੈ, ਮੇਰੀ ਸੋਚ ਇੰਜ ਕਹਿੰਦੀ ਹੈ, ਮੇਰੇ ਖਿਆਲ ਮੁਤਾਬਕ ਇੰਜ ਨਹੀਂ ਹੋਣਾ ਚਾਹੀਦਾ। तो जो गुरु की सिक्ख्या है उन्होंने अनकंडीशनली बंदा एक्सैप्ट कर नहीं सकता भाई, तो अपनी उगतियां युक्तियां च लगा रहिंदा है। कई सारिया मिसालां हैं, तो जिवें कल की क्लास वीर हरजीत सिंह जी ने भी एग्जाम्पल दित्तियां सी कि भाई जे अमृत वेले की गल आती है, गुरु साहब तो बाणी च कहते हैं कि अमृत वेला सच नौ वडियाई विचार, तो बंदा अपनी उगतियां युक्तियां लगा के कहता है भाई अमृत वेला जेड़े वेले जाग पे वही अमृत वेला है जी, सारी जिंदगी अमृत वेला है जी। ਤੇ ਫਿਰ ਇੰਨੀ ਕੀ ਭਾਜੜ ਪਈ ਹੈ ਸਵੇਰੇ ਭੱਜ ਕੇ ਜਲਦੀ ਉੱਠਣ ਦੀ। ਓਕੇ, ਐਵੇਂ ਤੁਸੀਂ ਟੰਕਣਾ ਕਰਦੇ ਰਹਿੰਦੇ ਹੋ, ਸਿਆਣਪਾਂ ਦਿਖਾਉਂਦੇ ਹੋ ਆਪਣੀਆਂ ਕਿ ਜੀ ਪੈਰ ਰਾਤ ਰਹਿੰਦੀ ਉੱਠਣਾ ਚਾਹੀਦਾ ਹੈ, ਸੂਰਜ ਚੜ੍ਹਨ ਤੋਂ ਪਹਿਲੇ ਉੱਠਣਾ ਚਾਹੀਦਾ ਹੈ। ਅਸੀਂ ਜਿਸ ਵੇਲੇ ਉੱਠਦੇ ਹਾਂ ਸਾਡਾ ਉਹੀ ਅੰਮ੍ਰਿਤ ਵੇਲਾ ਹੁੰਦਾ। ਤਾਂ ਇਹ ਉਕਤੀਆਂ ਯੁਕਤੀਆਂ ਸਿਆਣਪਾਂ ਨੇ। ਤਾਂ ਅਨਕੰਡੀਸ਼ਨਲ ਗੁਰੂ ਦੀ ਸਿੱਖਿਆ ਨੂੰ ਐਕਸੈਪਟ ਕਰਨਾ ਜਿਹੜਾ ਹੈ ਉਹਦੇ ਵਾਸਤੇ ਅਕਲ ਸਿਆਣਪ ਦੀ ਜਿਹੜਾ ਹੈ ਇੱਕ ਸਾਈਡ ਤੇ ਕਰਨਾ ਪੈਂਦਾ ਹੈ। ਇਹਦਾ ਇਹ ਮਤਲਬ ਨਹੀਂ ਹੈ ਕਿ ਦੁਨੀਆ 'ਚ ਝੱਲੇ ਹੋ ਜਾਓ, ਪਾਗਲ ਹੀ ਬਣ ਕੇ ਰਹੋ, ਜੀਵੋ। ਜੀਵਨ ਦਾ ਨਿਰਵਾਹ ਕਰਨ ਵਾਸਤੇ ਗਿਆਨ ਤੁਹਾਡੇ ਕੰਮ ਆਉਂਦਾ ਹੈ, ਨੌਲੇਜ ਤੁਹਾਡੇ ਕੰਮ ਆਉਂਦੀ ਹੈ, ਔਰ ਉਹ ਨੌਲੇਜ ਗ੍ਰਹਿਣ ਕਰਨੀ ਚਾਹੀਦੀ ਹੈ। ਸਿਆਣਪਾਂ ਵੀ ਸਭ ਲੋੜ ਪੈਂਦੀਆਂ ਹਨ। ਜਿਹੜਾ ਤੁਸੀਂ ਕਿਰਤਕਾਰ ਕਰਨੀ ਹੈ, ਕਮਾਈ ਕਰਨੀ ਹੈ, ਉਹਦੇ ਵਿੱਚ ਵੀ ਤੁਹਾਨੂੰ ਕਈ ਤਰ੍ਹਾਂ ਦੇ ਗਿਆਨ ਦੀ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਰੇ ਗਿਆਨ ਹਾਸਲ ਕਰਨੇ ਹਨ, ਪਰ ਸਾਨੂੰ ਡਿਫਰੈਂਸ਼ੀਏਟ ਕਰਨ ਦੀ ਸਮਝ ਹੋਣੀ ਚਾਹੀਦੀ ਹੈ ਕਿ ਕਿੱਥੇ ਗਿਆਨ ਵਰਤਣਾ ਹੈ ਤੇ ਕਿੱਥੇ ਗਿਆਨ ਨੂੰ
ਸਾਈਡ ਤੇ ਰੱਖ ਕੇ ਤੇ ਗੁਰੂ ਦੇ ਹੁਕਮ ਨੂੰ ਜਿਹੜੇ ਮੱਥੇ ਪ੍ਰਵਾਨ ਕਰਨਾ ਹੈ। ਇਹ ਡਿਫਰੈਂਸ਼ੀਏਟ ਕਰਨ ਦਾ ਸਾਡੇ ਕੋਲ ਅੰਦਰ ਸਮਝ ਹੋਣੀ ਚਾਹੀਦੀ ਹੈ ਕਿ ਕਿੱਥੇ ਗਿਆਨ ਆਪਣਾ ਦੁਨਿਆਵੀ ਗਿਆਨ ਵਰਤਣਾ ਹੈ, ਜਿੱਥੇ ਅਸੀਂ ਕਿਰਤ ਕਮਾਈ ਕਰਨੀ ਹੈ, ਆਪਣੇ ਜੀਵਨ ਦੇ ਕਾਰ ਵਿਹਾਰ ਕਰਨੇ ਹਨ, ਤਾਂ ਉੱਥੇ ਗਿਆਨ ਦੀ ਸਮਝ ਦੀ ਵਰਤੋਂ ਕਰਨੀ ਹੈ, ਸਭ ਕੁਝ ਵਰਤਣਾ ਹੈ, ਜਿੰਨੀ ਨੌਲੇਜ ਹੈ ਉਹਦਾ ਇਸਤੇਮਾਲ ਕਰਨਾ ਹੈ। ਪਰ ਜਦੋਂ ਆਪਣੇ ਮਨ ਨੂੰ ਸਾਧਨਾ ਹੈ, ਮਨ ਨੂੰ ਕੰਟਰੋਲ ਕਰਨਾ ਹੈ, ਆਪਣੇ ਵਿਕਾਰਾਂ ਦੇ ਨਾਲ ਜੂਝਣਾ ਹੈ, ਤਾਂ ਉੱਥੇ ਦੁਨਿਆਵੀ ਗਿਆਨ ਜਿਹੜਾ ਹੈ ਫੇਲ ਹੈ। ਉੱਥੇ ਉਕਤੀਆਂ ਯੁਕਤੀਆਂ ਫਿਰ ਕੰਮ ਨਹੀਂ ਆਉਂਦੀਆਂ। ਹਉਮੈ ਦੇ ਨਾਲ ਜਦੋਂ ਲੜਾਈ ਕਰਨੀ ਹੈ, ਹਉਮੈ ਨੂੰ ਅੰਦਰੋਂ ਕੱਢਣਾ ਹੈ, ਤਾਂ ਫਿਰ ਸਭ ਤੋਂ ਪਹਿਲਾਂ ਤਾਂ ਆਪਣੀ ਸਿਆਣਪ ਜਿਹੜੀ ਹੈ ਉਹਨੂੰ ਪਾਸੇ ਕਰਨਾ ਹੀ ਪਏਗਾ। ਨਹੀਂ ਤਾਂ ਇਹ ਹਉਮੈ ਦਾ ਐਸੀ ਸੂਖਸ਼ਮ ਹੈ ਕਿ ਇਹਨੂੰ ਤਾਂ ਇੱਕ ਜ਼ਰਾ ਜਿਹਾ ਕੋਈ ਇੱਕ ਐਕਸਕਿਊਜ਼ ਚਾਹੀਦਾ ਹੈ, ਕਿ ਮੌਕਾ ਚਾਹੀਦਾ ਹੈ ਕਿ ਸਾਡੇ ਅੰਦਰ ਇਹ ਵੜ ਕੇ ਸਾਡੇ ਸੋਚ ਨੂੰ ਆਪਣੇ ਅਧੀਨ ਕਰ ਲਵੇ। ਤੋ ਇਹ ਤਾਂ ਹੀ ਮੁਮਕਿਨ ਹੈ ਜੇ ਅਨਕੰਡੀਸ਼ਨਲ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਉਪਦੇਸ਼ ਨੂੰ ਬਿਨਾਂ ਕਿਸੇ ਆਰਗੂਮੈਂਟ ਦੇ ਮੰਨ ਲਿਆ ਜਾਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਸਿਰਾਂ ਦੀ ਮੰਗ ਕੀਤੀ ਸੀ ਤਾਂ ਪੰਜਾਂ ਪਿਆਰਿਆਂ ਨੇ ਅਨਕੰਡੀਸ਼ਨਲ ਸਰੈਂਡਰ ਕਰਕੇ ਆਪਣੇ ਸੀਸ ਭੇਟ ਕੀਤੇ ਸਨ। ਉਹਨਾਂ ਨੇ ਕੋਈ ਲੌਜਿਕ ਨਹੀਂ ਸੀ ਵਰਤਿਆ, ਲੈ ਇਹ ਕੀ ਤਰੀਕਾ ਹੋਇਆ, ਚੰਗੇ ਭਲੇ ਬੈਠੇ ਹੋਏ ਆ, ਤੁਸੀਂ ਕਹਿ ਰਹੇ ਹੋ ਮੇਰੀ ਸ਼ਮਸ਼ੀਰ ਨੂੰ ਕਿ ਕਿਸੇ ਦੇ ਸਿਰ ਦੀ ਲੋੜ ਹੈ, ਬਈ ਜੰਗ ਦਾ ਮੈਦਾਨ ਹੋਏਗਾ, ਕੋਈ ਵਜ੍ਹਾ ਹੋਏਗੀ ਤੇ ਲੜ ਲਾਂਗੇ, ਇੱਥੇ ਐਵੇਂ ਬਜਾਈ ਜਾਨ ਗਵਾਉਣ ਦੀ ਕੀ ਲੋੜ ਹੈ। ਇਹ ਲੌਜਿਕ ਵਰਤਿਆ ਜਾ ਸਕਦਾ ਸੀ। ਔਰ ਸ਼ਾਇਦ ਸੰਗਤ ਦੇ ਵਿੱਚ ਕਈਆਂ ਦੇ ਮਨਾਂ ਦੇ ਵਿੱਚ ਇਹੋ ਜਿਹੇ ਸਵਾਲ, ਇਹੋ ਜਿਹੇ ਫੁਰਨੇ ਉੱਠੇ ਵੀ ਹੋਣਗੇ, ਪਰ ਜਿਨ੍ਹਾਂ ਨੇ ਸੀਸ ਭੇਟ ਕੀਤਾ ਉਹਨਾਂ ਨੇ ਸਭ ਲੌਜਿਕ, ਸਭ ਆਰਗੂਮੈਂਟਸ ਨੂੰ ਇੱਕ ਪਾਸੇ ਕਰ ਦਿੱਤਾ। ਉਹਨਾਂ ਦੇ ਵਾਸਤੇ ਸਿਰਫ ਇੱਕੋ ਹੀ ਗਾਈਡਿੰਗ ਪ੍ਰਿੰਸੀਪਲ ਸੀਗਾ ਕਿ ਗੁਰੂ ਦਾ ਹੁਕਮ ਅਨਕੰਡੀਸ਼ਨਲੀ ਸਵੀਕਾਰ ਕਰਨਾ ਹੈ, ਉਹਨੂੰ ਫੋਲੋ ਕਰਨਾ ਹੈ। ਤਾਂ ਗੁਰੂ ਨੇ ਸੀਸ ਦੀ ਮੰਗ ਕੀਤੀ ਹੈ, ਤੇ ਸੀਸ ਤਾਂ ਹੈ ਹੀ ਗੁਰੂ ਦੇ ਦਿੱਤੀ ਹੋਈ ਦਾਤ ਹੈ, ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦਾ ਸੀਸ ਹੈ, ਗੁਰੂ ਨੂੰ ਹੀ ਭੇਟ ਕਰ ਦੇਣਾ। ਕੋਈ ਉਹਦੇ ਚ ਉਟੰਕਨ, ਕੋਈ ਸਵਾਲ ਕੁਝ ਨਹੀਂ ਹੈ। ਕੋਈ ਕਿਸੇ ਹੀ ਧਾਰਨਾ ਦੇ ਅਧੀਨ ਹੀ ਉਹ ਸੀਸ ਭੇਟ ਕਰ ਸਕੇ। ਜੇ ਉਹ ਸਿਆਣਪਾਂ, ਚਤਰਾਈਆਂ, ਉਗਤੀਆਂ ਯੁਕਤੀਆਂ ਵਰਤਦੇ ਤਾਂ ਕਦੇ ਵੀ ਸੀਸ ਅਰਪਣ ਨਹੀਂ ਸਨ ਕਰ ਸਕਦੇ, ਤੇ ਉਹ ਕਦੀ ਪੰਜ ਪਿਆਰਿਆਂ ਦੇ ਰੂਪ ਵਿੱਚ ਸਾਡੇ ਸਾਹਮਣੇ ਪ੍ਰਗਟ ਨਹੀਂ ਸੀ ਹੋ ਸਕਦੇ ਅਗਰ ਜੇ ਉਕਤ ਸਿਆਣਪਾਂ ਦਾ ਤਿਆਗ ਨਾ ਕਰਦੇ। ਤਾਂ ਗੁਰੂ ਸਾਹਿਬ ਇਹ ਪ੍ਰੇਰਣਾ ਉਹੀ ਕਰ ਰਹੇ ਹਨ ਕਿ ਸਾਧੂ ਕੀ ਮਨ ਓਟ ਗਹੋ, ਉਕਤ ਸਿਆਣਪ ਤਿਆਗ। ਸਾਧੂ ਦੀ ਓਟ, ਓਟ ਦਾ ਮਤਲਬ ਹੁੰਦਾ ਹੈ ਆਸਰਾ, ਸਹਾਰਾ। ਜਿਹਦਾ ਸਹਾਰਾ ਤੁਸੀਂ ਲੈ ਲਿਆ, ਫਿਰ ਉਸ ਤੋਂ ਬਾਅਦ ਹੁਣ ਹੋਰ ਦੂਜੇ ਸਹਾਰਿਆਂ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ। ਫਿਰ ਗੁਰੂ ਦਾ ਸਹਾਰਾ ਲੈਣ ਤੋਂ ਬਾਅਦ ਆਸੇ-ਪਾਸੇ ਕਰਮਕਾਂਡ, ਦੁਨੀਆ ਦੇ ਟੇਵੇ, ਪੰਡਤਾਂ ਦੇ, ਮੌਲਵੀਆਂ ਦੇ, ਸਿਆਣਿਆਂ ਦੇ, ਝਾੜੇ ਫੂਕੇ ਵਾਲਿਆਂ ਦੇ ਵਾਲੇ ਪਾਸੇ ਝੱਕ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ। ਕੇਵਲ ਤੇ ਕੇਵਲ ਗੁਰੂ ਦੀ ਓਟ, ਗੁਰੂ ਦਾ ਸਹਾਰਾ ਹੀ ਲੈਣ ਦੀ ਲੋੜ ਹੈ। ਉਕਤ ਸਿਆਣਪ, ਤੇ ਫਿਰ ਲੌਜਿਕ ਸਾਰੇ ਸਿਆਣਪਾਂ ਦੀ ਕੀ ਫਰਕ ਪੈਂਦਾ ਹੈ, ਕੁੰਡਲੀ ਬਣਵਾ ਲਈ ਜਾਵੇ, ਗ੍ਰਹਿਆਂ ਦੀ ਨਛੱਤਰ ਦੀ ਦਿਸ਼ਾ ਦੇਖ ਲਈ ਜਾਵੇ, ਪਤਾ ਹੀ ਲੱਗ ਜਾਂਦਾ ਹੈ ਵੀ ਅੱਗੋਂ ਸਮਾਂ ਕਿਹੋ ਜਿਹਾ ਆਉਣ ਵਾਲਾ ਹੈ, ਬੰਦਾ ਚੰਗਾ ਤਿਆਰ ਹੋ ਜਾਂਦਾ ਹੈ ਤੇ ਆਪਣੇ ਆਉਣ ਵਾਲੀ ਵਿਪਤਾ ਤੋਂ ਵਾਸਤੇ ਉਹ ਸਤਰਕ ਹੋ ਜਾਂਦਾ ਹੈ। ਇਹ ਸਭ ਉਕਤੀਆਂ ਯੁਕਤੀਆਂ ਜਿਹੜੀਆਂ ਨੇ ਲੋਕੀ ਮਨ ਘੜਤ ਬਣਾ ਲੈਂਦੇ ਹਨ। ਪਰ ਗੁਰੂ ਦੀ ਓਟ ਜਿਨ੍ਹਾਂ ਨੇ ਗਏ ਪਕੜ ਲਈ, ਉਹਨਾਂ ਨੂੰ ਫਿਰ ਕੋਈ ਇਹੋ ਜਿਹੇ ਸੰਸ਼ਿਆਂ 'ਚ ਪੈਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਸੋ ਸਾਧੂ ਕੀ ਮਨ ਓਟ ਗਹੋ, ਉਕਤ ਸਿਆਣਪ ਤਿਆਗ। ਉਕਤੀਆਂ ਯੁਕਤੀਆਂ, ਦਲੀਲਾਂ, ਸਿਆਣਪਾਂ ਦਾ ਤਿਆਗ ਕਰਕੇ ਗੁਰੂ ਦੀ ਸ਼ਰਨ ਪਕੜ ਲਓ, ਤੇ ਫਿਰ ਕੀ ਹੋਏਗਾ। ਗੁਰੂ ਸਾਹਿਬ ਕਹਿੰਦੇ ਹਨ ਕਿ ਗੁਰ ਦੀਖਿਆ ਜੇ ਮਨ ਬਸੈ, ਨਾਨਕ ਮਸਤਕ ਭਾਗ। ਦੀਖਿਆ ਦਾ ਅਰਥ ਹੁੰਦਾ ਹੈ ਸਿੱਖਿਆ, ਗੁਰੂ ਦੀ ਸਿੱਖਿਆ। ਜੇ ਮਨ ਬਸੈ, ਜਿਸ ਦੇ ਮਨ 'ਚ ਬਸ ਜਾਏ। ਮਨ 'ਚ ਵਸਣ ਤੋਂ ਕੀ ਭਾਵ ਹੈ ਕਿ ਅਨਕੁਐਸਚਨ, ਵਿਦਆਊਟ ਐਨੀ ਕੁਐਸਚਨ ਉਹਨੂੰ ਐਕਸੈਪਟ ਕਰ ਲੈਣਾ। ਜਿਹੜੀ ਚੀਜ਼ ਮਨ ਵਿੱਚ ਉਹੀ ਵਸਦੀ ਹੈ ਜਿਹਨੂੰ ਮਨ ਸਵੀਕਾਰ ਕਰਦਾ ਹੈ। ਤੇ ਜੇ ਸੰਸ਼ੇ ਹੋਣ, ਡਾਊਟ ਹੋਣ, ਸਵਾਲ ਹੋਣ, ਤਾਂ ਚੀਜ਼ ਮਨ 'ਚ ਵਸਦੀ ਨਹੀਂ ਹੈ। ਫਿਰ ਬੰਦਾ ਤਾਂ ਉਧੇੜ ਪੁੰਚ ਹੀ ਲੱਗਾ ਰਹਿੰਦਾ ਹੈ, ਠੀਕ ਹੈ, ਨਹੀਂ ਹੈ, ਪਤਾ ਨਹੀਂ, ਕੋਈ ਹੋਰ ਇਸ ਤੋਂ ਬਿਹਤਰ ਚੀਜ਼ ਹੋਏ ਉਹ ਦੇਖ ਲੈਂਦੇ ਹਾਂ। ਜਿਵੇਂ ਬਾਜ਼ਾਰ ਕਈ ਵਾਰੀ ਅਸੀਂ ਕੱਪੜਾ ਖਰੀਦਣ ਜਾਂਦੇ ਹਾਂ, ਤਾਂ ਇੱਕ ਕੱਪੜਾ, ਇੱਕ ਰੰਗ, ਇੱਕ ਡਿਜ਼ਾਈਨ, ਦੂਜਾ, ਤੀਜਾ, ਚੌਥਾ, 10, 15, 20 ਕਈ ਸਾਰੇ ਵੇਖ ਲੈਂਦੇ ਹਾਂ, ਫਿਰ ਵੀ ਕੁਝ ਮਨ ਮੰਨਦਾ ਨਹੀਂ ਹੈ, ਸਮਝ ਹੀ ਨਹੀਂ ਆਉਂਦੀ ਕਿਹੜਾ ਲਈ, ਚੱਲ ਕਿਸੇ ਹੋਰ ਦੁਕਾਨ ਤੇ ਚਲਦੇ ਹਾਂ, ਹੋਰ ਵੇਖ ਲੈਂਦੇ ਹਾਂ। ਪਰ ਕਈ ਵਾਰੀ ਐਸਾ ਹੁੰਦਾ ਹੈ ਕਿ ਕੋਈ ਇੱਕ ਚੀਜ਼ ਕੱਢਦੇ ਆ, ਬੰਦਾ ਦੁਕਾਨਦਾਰ ਦਿਖਾਉਂਦਾ ਹੈ, ਦੇਖਦੇ ਆ ਸਾਰੀ ਨਾ, ਇਹ ਤਾਂ ਮੇਰੀ ਮਤਲਬ ਦੀ ਚੀਜ਼ ਹੈ, ਮਨ ਨੂੰ ਪਸੰਦ ਆ ਜਾਂਦੀ ਹੈ। ਬੰਦਾ ਕਹਿੰਦਾ ਬਾਕੀ ਛੱਡ, ਮੈਨੂੰ ਪਸੰਦ ਆ ਗਈ, ਮੇਰਾ ਕੰਮ ਹੋ ਗਿਆ।
तो जब तक मन मन ना जाए कोई चीज मन च वसदी नहीं है, मन पक्का हुंदा नहीं है। जब तक उधेड़ बुनने च दुविधा विच रहिंदा है तद तिकन वो चीज मन च वसदी नहीं है। तो गुरु की दीख्या भी मन च वसी हुई तां ही जानी जाती है जे पूर्ण भरोसे दे नाल ਉਹਨੂੰ मन मान लवे, स्वीकार कर लवे। फिर कोई क्वेश्चन, कोई सवाल, कोई आर्गूमेंट, कोई उक्ति युक्ति, कोई सियानत जिहड़ी है ਉਹਦੇ राह ਦੀ रुकावट बन नहीं सकती। तो गुरु साहब कहते हैं कि ये काम हुंदा तां ही है ਨਾਨਕ ਮਸਤਕ ਭਾਗ। ਜਾਂ ਇਉਂ ਸਮਝੋ ਕਿ ਜਿਹੜਾ ਬੰਦਾ ਅਨਕੰਡੀਸ਼ਨਲੀ ਗੁਰੂ ਦੀ ਸਿੱਖਿਆ ਨੂੰ ਮਨ 'ਚ ਵਸਾ ਲੈਂਦਾ ਹੈ, ਇਹ ਉਹਦੇ ਸਮਝੋ ਚੰਗੇ ਲੇਖ ਹਨ, ਤਾਂ ਹੀ ਉਹ ਇਸ ਅਵਸਥਾ 'ਚ ਪਹੁੰਚਦਾ ਹੈ ਕਿ ਅਨਕੰਡੀਸ਼ਨਲੀ ਗੁਰੂ ਦੀ ਸਿੱਖਿਆ ਨੂੰ ਉਹ ਮਨ 'ਚ ਵਸਾ ਲੈਂਦਾ ਹੈ। ਇਹ ਉਹਦੇ ਚੰਗੇ ਭਾਗ ਹਨ। ਇਹ ਮਾਨੋ ਪਰਮਾਤਮਾ ਦੀ ਬਖਸ਼ਿਸ਼ ਹੈ ਉਹਦੇ ਤੇ। ਨਹੀਂ ਤਾਂ ਆਮ ਇਨਸਾਨ ਤਾਂ ਆਪਣੀ ਸਿਆਣਪ ਚਤੁਰਾਈ ਛੱਡਣ ਨੂੰ ਤਿਆਰ ਹੀ ਨਹੀਂ ਹੁੰਦਾ। ਸੋ ਇਹ ਬੜੇ ਚੰਗੇ ਭਾਗ ਹਨ, ਪਰਮਾਤਮਾ ਦੀ ਬਖਸ਼ਿਸ਼ ਹੈ। ਉਹਦੇ ਮਸਤਕ ਦੇ ਭਾਗ ਉਦੈ ਹੋਏ ਹਨ ਇਹ ਉਹ ਗੁਰੂ ਦੀ ਸਿੱਖਿਆ ਨੂੰ ਆਪਣੇ ਮਨ 'ਚ ਵਸਾ ਲੈਂਦਾ। ਅੱਗੇ ਪੌੜੀ 'ਚ ਗੁਰੂ ਸਾਹਿਬ ਹੁਣ ਗੱਲ ਕਰਦੇ ਹਨ ਸੱਸੇ ਅੱਖਰ ਦੀ ਹੁਣ ਤੇ ਫਿਰ ਵਰਤੋਂ ਕਰ ਰਹੇ ਹਨ। ਸੱਸਾ ਸਰਨ ਪਰੇ ਅਬ ਹਾਰੇ, ਸ਼ਾਸਤਰ ਸਿਮਰਿਤ ਵੇਦ ਪੁਕਾਰੇ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, सास सास हम भूलन हारे, तुम समर्थ अगनत अपारे, शरण परे की राख दयाला, नानक तुमरे बाल गोपाला। ਹੁਣ ਗੁਰੂ ਸਾਹਿਬ ਸਾਨੂੰ ਜਾਚ ਸਿਖਾ ਰਹੇ ਹਨ ਇਹ ਗੁਰ ਦੀਖਿਆ ਮਨ ਚ ਵਸਦੀ ਕਿਵੇਂ ਹੈ, ਅਨਕੰਡੀਸ਼ਨਲੀ ਕਿਵੇਂ ਗੁਰੂ ਦੀ ਸਿੱਖਿਆ ਮਨ ਚ ਵਸਾਈ ਜਾ ਸਕਦੀ ਹੈ, ਤਾਂ ਉਹ ਔਰ ਉਕਤ ਸਿਆਣਪ ਦਾ ਤਿਆਗ ਕਿਵੇਂ ਕੀਤਾ ਜਾ ਸਕਦਾ। ਜਿਹੜਾ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਨੇ ਗੱਲ ਕੀਤੀ ਸੀ ਨਾ ਉਕਤ ਸਿਆਣਪ ਤਿਆਗ, तो किवें ਉਹਦਾ ਤਿਆਗ ਹੋਵੇ ਆਪਣੀ ਹਉਮੈ ਤੋਂ ਬਚ ਕੇ ਇਹ ਉਕਤੀਆਂ ਯੁਕਤੀਆਂ ਸਿਆਣਪਾਂ ਤੋਂ ਦਾ ਛੁਟਕਾਰਾ ਕਿਵੇਂ ਹੋਵੇ ਕਿ ਇਹਨਾਂ ਦੇ ਉੱਤੇ ਸਹਾਰਾ ਨਾ ਰੱਖੀਏ, ਇਹਨਾਂ ਦੇ ਆਧਾਰ ਦੇ ਉੱਤੇ ਆਪਣੀ ਜ਼ਿੰਦਗੀ ਨਾ ਚਲਾਉਣ ਦੀ ਕੋਸ਼ਿਸ਼ ਕਰੀਏ। ਜਿਹੜੀ ਧਾਰਮਿਕ ਜ਼ਿੰਦਗੀ ਸਾਡੀ ਹੈ, ਜੋ ਆਤਮਿਕ ਤਰੱਕੀ ਵਾਸਤੇ ਜੋ ਸਾਡਾ ਐਫਰਟ ਹੋਣਾ ਹੈ, ਉੱਥੇ ਘੱਟੋ ਘੱਟ ਅਸੀਂ ਇਹ ਦਿਮਾਗੀ ਉਕਤੀਆਂ ਯੁਕਤੀਆਂ ਔਰ ਸਿਆਣਪਾਂ ਦੀ ਵਰਤੋਂ ਨਾ ਕਰੀਏ। ਦੁਨੀਆਦਾਰੀ ਦੇ ਕੰਮਾਂ 'ਚ ਜਿੰਨੀ ਮਰਜ਼ੀ ਸਿਆਣਪ ਵਰਤੋ, ਜੋ ਤੁਹਾਡੇ ਕੋਲ ਗਿਆਨ ਹੈ ਉਹਦੀ ਵਰਤੋਂ ਪੂਰੀ ਕਰੋ। ਪਰ ਜਦੋਂ ਵਿਕਾਰਾਂ ਦੇ ਨਾਲ ਜੂਝਣਾ ਹੈ, ਜਦੋਂ ਹਉਮੈ ਦੇ ਨਾਲ ਲੜਾਈ ਲੜਨੀ ਹੈ, ਤਾਂ ਇਹ ਕੁਝ ਸਿਆਣਪਾਂ ਕੰਮ ਨਹੀਂ ਆਣੀਆਂ। ਤੇ ਹੁਣ ਉਹਨਾਂ ਦਾ ਤਿਆਗ ਕਿਵੇਂ ਕਰਨਾ ਹੈ ਇਹ ਪੌੜੀ 'ਚ ਗੁਰੂ ਸਾਹਿਬ ਐਕਸਪਲੇਨ ਕਰ ਰਹੇ ਹਨ। ਸੱਸੇ ਅੱਖਰ ਦਾ ਰੈਫਰੈਂਸ ਦੇ ਕੇ ਕਹਿੰਦੇ ਹਨ ਕਿ ਸ਼ਰਨ ਪਰੇ ਅਬ ਹਾਰੇ, ਹਾਰ ਮੰਨ ਲਓ ਤੇ ਗੁਰੂ ਦੀ ਸ਼ਰਨ 'ਚ ਪੈ ਜਾਓ। ਇਹ ਗੱਲ ਸਮਝਣੀ ਤਾਂ ਸੌਖੀ ਹੈ, ਪ੍ਰੈਕਟੀਕਲੀ ਕਰਨੀ ਸੌਖੀ ਹੈ ਨਹੀਂ। ਗੁਰੂ ਸਾਹਿਬ ਤਾਂ ਕਹਿ ਰਹੇ ਹਨ, ਪ੍ਰੇਰਨਾ ਕਰ ਰਹੇ ਹਨ ਕਿ ਸ਼ਰਨ ਪਰੇ ਅਬ ਹਾਰੇ, ਹਾਰ ਮੰਨ ਲੈ, ਹਾਰ ਮੰਨ ਕੇ ਤੇ ਸ਼ਰਨ ਪੈ ਜਾ। ਔਰ ਵੈਸੇ ਸਿਆਣਪ ਹੈ ਵੀ ਇਸੇ ਵਿੱਚ ਹੀ ਹੈ ਕਿ ਹਾਰ ਮੰਨ ਲਈ ਜਾਵੇ। ਕਾਰਨ ਕੀ ਹੈ? ਮਨੁੱਖਤਾ ਦਾ ਪੂਰਾ ਇਤਿਹਾਸ ਸਾਡੇ ਸਾਹਮਣੇ ਹੈ ਔਰ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਅਨੇਕਾਂ ਜਗ੍ਹਾ ਤੇ ਮਿਸਾਲਾਂ ਦਿੱਤੀਆਂ ਹਨ ਕਿ ਜੋਗੀ ਜਤੀ ਤਪੀ ਪਚ ਹਾਰੇ, ਅਰਬੋਂ ਲੋਕ ਸਿਆਣੇ, ਹਰ ਕੀ ਗਤ ਨਾ ਕੋ ਜਾਣੇ। ਕੋਈ ਨਹੀਂ ਜਾਣਦਾ, ਕੋਈ ਸਭ ਆਪਣੇ ਆਪਣੇ ਯਤਨ ਕਰ ਕਰਕੇ ਹਾਰ ਚੁੱਕੇ ਹਨ। ਹੋਰ ਵੀ ਉਹ ਗੱਲ ਕਰਦੇ ਹਨ ਦੇਵਤੇ ਜਿਹੜੇ ਬ੍ਰਹਮੇ ਵਰਗੇ, ਸ਼ਿਵ ਜੀ ਵਰਗੇ, ਵਿਸ਼ਨੂੰ ਵਰਗੇ ਸਾਰੇ ਜਿਹੜੇ ਮੁੱਖ ਦੇਵਤੇ ਮੰਨੇ ਜਾਂਦੇ ਹਨ, ਇਹ ਵੀ ਮਾਇਆ ਤੋਂ ਛੁਟਕਾਰਾ ਆਪਣਾ ਪਾ ਨਹੀਂ ਸਕੇ, ਹੰਕਾਰ ਤੋਂ ਇਹਨਾਂ ਦੀ ਵੀ ਖਲਾਸੀ ਨਹੀਂ ਹੋ ਸਕੀ। ਉਹ ਹੋਰ ਵੀ ਅਨੇਕਾਂ ਮਿਸਾਲਾਂ ਗੁਰਬਾਣੀ 'ਚ ਆਉਂਦੀਆਂ ਹਨ ਕਿ ਜਿੰਨੇ ਵੀ ਤਪਸਵੀ ਹੋਏ, ਸਾਧੂ ਹੋਏ, ਜੋਗੀ, ਸਿੱਧਨਾਥ, ਸਭ ਇਹ ਜਿਹੜਾ ਇਹਨਾਂ ਨੂੰ ਹਉਮੈ ਜਿਹੜੀ ਹੈ ਸਭ ਨੂੰ ਢਾਹ ਲੈਂਦੀ ਹੈ। ਉਹ ਇੰਨਾ ਜ਼ਿਆਦਾ ਹਿਸਟੋਰੀਕਲ ਐਵੀਡੈਂਸ ਹੈ ਤੇ ਉਹ ਸਭ ਹਾਰ ਚੁੱਕੇ ਹਨ, ਤਾਂ ਫਿਰ ਅਸੀਂ ਕਿਹੜੇ ਬਾਗ ਦੀ ਮੂਲੀ ਹਾਂ। ਤੇ ਇਸ ਕਰਕੇ ਜੇ ਪਹਿਲਾਂ ਹੀ ਹਾਰ ਸਵੀਕਾਰ ਕਰ ਲਈ ਜਾਵੇ ਤੇ ਸਿਆਣਪ ਅਸਲ ਵਿੱਚ ਇਸੇ ਵਿੱਚ ਹੀ ਹੈ। ਪਰ ਫਿਰ ਗੱਲ ਹੋਈ ਆ ਕਿ ਜਦ ਤੱਕ ਹਉਮੈ ਅੰਦਰ ਹੁੰਦੀ ਹੈ ਨਾ, ਉਹ ਇਹ ਕਿਵੇਂ ਹੋ ਸਕਦਾ ਮੈਂ ਐਵੇਂ ਹਾਰ ਮੰਨ ਲਵਾਂ। ਮੈਨੂੰ ਇੱਕ ਅਟੈਂਪਟ ਕਰਨਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਹੈ, ਐਵੇਂ ਨਹੀਂ ਹਾਰ ਮੰਨ ਲੈਣੀ ਚਾਹੀਦੀ, ਪਹਿਲਾਂ ਕੋਸ਼ਿਸ਼ ਕਰਨੀ ਚਾਹੀਦੀ। ਵੀ ਕੋਸ਼ਿਸ਼ਾਂ ਅਰਬੋਂ ਖਰਬੋਂ ਸਾਲ ਲੋਕਾਂ ਨੇ ਕਰ ਲਈ ਆ। ਇਹ ਹਉਮੈ ਦੇ ਨਾਲ ਬੁੱਧੀ ਦੇ ਆਧਾਰ ਦੇ ਉੱਤੇ ਨਹੀਂ ਲੜਿਆ ਜਾ ਸਕਦਾ। ਗੁਰੂ ਦੇ ਸ਼ਰਨ ਪੈ ਕੇ ਹੀ ਇਹਦੇ ਤੋਂ ਖਲਾਸੀ ਮਿਲਦੀ ਹੈ। ਬਾਰ-ਬਾਰ ਬਾਣੀ ਇਸ ਗੱਲ ਦੀ ਸੋਝੀ ਦਿੰਦੀ ਹੈ।
तो इसलिए इस पौड़ी 'ਚ भी प्रेरणा गुरु साहब कर रहे हैं कि शरण परे अब हारे। और नाल सपोर्ट 'ਚ ਇੱਕ ਗੱਲ ਹੋਰ ਵੀ ਉਹਨਾਂ ਨੇ ਅੱਗੇ ਦੂਜੀ ਪੰਕਤੀ 'ਚ ਕਹਿ ਦਿੱਤੀ ਹੈ ਕਿ ਸ਼ਾਸਤਰ ਸਿਮਰਿਤ ਵੇਦ ਪੁਕਾਰੇ। ਇਹ ਲੋਕੀ ਭਾਵੇਂ ਸ਼ਾਸਤਰੀਆਂ ਸਿਮਰਤੀਆਂ ਦੀ ਵੇਦਾਂ ਦੀ ਗਿਆਨ ਦੇ ਆਧਾਰ ਦੇ ਉੱਤੇ ਇਹਨਾਂ ਦੇ ਉੱਤੇ ਬਹੁਤ ਆਸਰਾ ਰੱਖ ਕੇ ਕੋਸ਼ਿਸ਼ ਕਰਦੇ ਰਹੇ ਹਨ, ਪਰ ਉਹਨਾਂ ਨੂੰ ਵੀ ਸਫਲਤਾ ਨਹੀਂ ਮਿਲੀ। ਪੁਕਾਰੇ ਤੋਂ ਭਾਵ ਹੈ ਕਿ ਉੱਚੀ ਉੱਚੀ ਪੜ੍ਹਦੇ ਹਨ, ਇਹਨਾਂ ਦਾ ਰੈਫਰੈਂਸ ਦਿੰਦੇ ਹਨ, ਇਹਨਾਂ ਦੇ ਗਿਆਨ ਦੇ ਆਧਾਰ ਦੇ ਉੱਤੇ ਗੱਲਾਂ ਕਰਦੇ ਹਨ ਪੰਡਤ ਲੋਕ। ਜਿਵੇਂ ਇੱਕ ਹੋਰ ਵੀ ਸ਼ਬਦ ਆਉਂਦਾ, ਉਹਦੇ 'ਚ ਵੀ ਇਹੋ ਲਫ਼ਜ਼ ਗੁਰੂ ਸਾਹਿਬ ਨੇ ਇਸਤੇਮਾਲ ਕੀਤਾ ਹੈ, ਸਿਮਰਿਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਗੁਰੂ ਸਾਹਿਬ ਨੇ ਇਹਨਾਂ ਨੂੰ ਹੋਛੀਆਂ ਗੱਲਾਂ ਕਰਕੇ ਬਿਆਨ ਕੀਤਾ ਹੈ ਕਿ ਵੀ ਜਿਹੜੇ ਪੰਡਤ ਲੋਕ, ਬਹੁਤ ਗਿਆਨਵਾਨ ਲੋਕ, ਸਿਮਰਿਤ ਵੇਦ ਪੁਰਾਨ ਪੁਕਾਰਨ ਪੋਥੀਆਂ, ਜਿੰਨੀਆਂ ਵੀ ਇਹ ਪੋਥੀਆਂ ਸਿਮਰਤੀਆਂ ਵੇਦ ਪੁਰਾਨ, ਇਹਨਾਂ ਦੀ ਪੁਕਾਰ ਕਰਦੇ ਹਨ, ਇਹਨਾਂ ਦੇ ਗਿਆਨ ਦੀ ਗੱਲਾਂ ਲੋਕਾਂ ਨੂੰ ਸੁਣਾਉਂਦੇ ਹਨ। ਇਹ ਨਾਮ ਤੋਂ ਬਿਨਾਂ ਜੇ ਨਾਮ ਦੀ ਗੱਲ ਨਹੀਂ ਕਰਦੇ ਤਾਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਹੋਛੀਆਂ ਗੱਲਾਂ ਨੇ। ਨਾਮ ਤੋਂ ਬਿਨਾਂ तो ਤਤ ਦੀ ਗੱਲ ਤਾਂ ਕੇਵਲ ਨਾਮ ਹੀ ਹੈ ਜੋ ਗੁਰੂ ਪਾਸੋਂ ਪ੍ਰਾਪਤ ਹੁੰਦਾ ਹੈ। ਉਸ ਤੋਂ ਇਲਾਵਾ ਜੋ ਕੁਝ ਵੀ ਹੈ ਉਹ ਸਭ ਹੋਛੀਆਂ ਗੱਲਾਂ ਹਨ। ਸੋ ਇੱਥੇ ਵੀ ਗੁਰੂ ਸਾਹਿਬ ਇਹ ਕਹਿੰਦੇ ਹਨ ਕਿ ਜਿਹੜੇ ਸ਼ਾਸਤਰਾਂ ਤੇ ਸਿਮਰਤੀਆਂ ਦੀ ਪੁਕਾਰ ਕਰਦੇ ਹਨ, ਵੇਦ ਆਦਿਕ ਪੜ੍ਹਦੇ ਹਨ, ਧਰਮ ਪੁਸਤਕਾਂ ਪੜ੍ਹਦੇ ਹਨ, ਉਹ ਸਭ ਕੁਝ ਪੜ੍ਹ ਕੇ ਹੁੰਦਾ ਕੀ ਹੈ ਅਲਟੀਮੇਟਲੀ? ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। तो ਇਹਨਾਂ ਚਾਰੋਂ ਪੰਕਤੀਆਂ ਨੂੰ ਇਕੱਠਿਆਂ ਕਰਕੇ ਪੜਿਆ ਗੱਲ ਸਮਝ ਆ ਜਾਂਦੀ ਹੈ ਕਿ ਵੀ ਜੇ ਸ਼ਾਸਤਰ ਸਿਮਰਤੀਆਂ ਵੇਦ ਆਦਿਕ ਦੀ ਪੂਰੀ ਗਿਆਨ ਨੌਲੇਜ ਲੈ ਕੇ, ਇਹਨਾਂ ਦੀ ਸਮਝ ਲੈ ਕੇ ਅਲਟੀਮੇਟ ਵਿਚਾਰ ਇਹੀ ਬਣਨਾ ਹੈ, ਫੈਸਲਾ ਇਹੀ ਹੋਣਾ ਹੈ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ। ਤਾਂ ਪਹਿਲਾਂ ਹੀ ਹਾਰ ਮੰਨ ਲਓ ਕਿ ਵੀ ਆਪਣਾ ਗਿਆਨ ਆਪਣੀ ਸਿਆਣਪਾਂ ਕਿਸੇ ਕੰਮ ਨਹੀਂ ਆਣੀ ਆ। ਗੁਰੂ ਦੇ ਸ਼ਰਨ 'ਚ ਪੈ ਕੇ ਜੋ ਸਿੱਖਿਆ ਮਿਲਦੀ ਹੈ, ਪ੍ਰਭੂ ਦੇ ਨਾਮ ਦੇ ਨਾਲ ਜੁੜਨ ਦੀ ਅਸਲ ਢੰਗ ਉਹੀ ਹੈ, ਤਤ ਧਰਮ ਦਾ ਤਤ ਉਹੀ ਹੈ। ਤਾਂ ਗੁਰੂ ਦੀ ਸ਼ਰਨ 'ਚ ਪੈ ਹੀ ਜਾਣਾ ਚਾਹੀਦਾ ਹੈ। ਸ਼ਰਨ ਪਰੇ ਅਬ ਹਾਰੇ, ਸ਼ਾਸਤਰ ਸਿਮਰਿਤ ਵੇਦ ਪੁਕਾਰੇ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। तो ਇਹ ਬਿਨ ਹਰ ਭਜਨ ਨਹੀਂ ਛੁਟਕਾਰਾ ਵਾਲੀ ਗੱਲ ਨੂੰ ਪਹਿਲਾਂ ਹੀ ਸਵੀਕਾਰ ਕਰ ਲਿਆ ਜਾਵੇ ਤੇ ਇਹ ਗੱਲ ਮੰਨ ਲਈ ਜਾਵੇ ਕਿ ਹਰੀ ਦੇ ਭਜਨ ਤੋਂ ਬਿਨਾਂ ਹੋਰ ਕੋਈ ਤਰੀਕਾ, ਕੋਈ ਸਿਆਣਪ, ਕੋਈ ਯੁਕਤੀ ਕੰਮ ਨਹੀਂ ਆ ਸਕਦੀ। ਇਹ ਫੈਕਟ ਨੂੰ स्वीकार कर लेना चाहिए। अगली पंक्ति गुरु साहब फरमा रहे हैं, सास सास हम कूलन हारे, तुम समर्थ अगनत अपारे, शरण परे की राख दयाला, नानक तुमरे बाल दुपाला। तो इसलिए हमें तो छुटकारा पाना है, नाम दे विच जुड़ना है, ਤਾਂ ਉਸ ਪਰਮਾਤਮਾ ਦੇ ਦਰ ਤੇ ਟਹਿ ਕੇ ਹੀ ਉਹਦੇ ਅੱਗੇ ਬੇਨਤੀ ਕਰਨ ਦੀ ਜਾਚ ਗੁਰੂ ਸਾਹਿਬ ਸਿਖਾ ਰਹੇ ਹਨ ਕਿ हे ਪ੍ਰਭੂ ਜੀਓ, ਅਸੀਂ ਸਾਸ ਸਾਸ ਸਵਾਸ ਸਵਾਸ ਭੁੱਲਣਹਾਰ ਹਾਂ। ਕਿਉਂ ਭੁੱਲਣਹਾਰ ਹੈ? ਇਹ ਵੀ ਤੇਰੀ ਹੀ ਖੇਡ ਹੈ। ਅਸੀਂ ਭੁੱਲਣਹਾਰ ਤਾਂ ਹਾਂ ਕਿਉਂਕਿ ਮਾਇਆ ਸਾਨੂੰ ਭੁਲਾਵੇ ਪਾ ਲੈਂਦੀ ਹੈ, ਭਰਮਾ ਲੈਂਦੀ ਹੈ। ਅਸੀਂ ਮਾਇਆ ਦੇ ਪ੍ਰਭਾਵ ਦੇ ਅਧੀਨ ਭੁੱਲਾਂ ਕਰ ਲੈਂਦੇ ਹਾਂ, ਸਮਝ ਲੈਂਦੇ ਹਾਂ ਕਿ ਅਸੀਂ ਸਿਆਣੇ ਹਾਂ। तो ये भुलावा, ये माया है तो ये भी तेरी ही बनाई हुई, तेरी ही खेड है। तो इस करके सास स्वास असी भुला करते हैं, पर तू समर्थ है, अपार है और बख्शण योग है। तू साड़ियां भुलों नूं बख्श सकता है, तू समर्थ है, ये सब कुछ तू बख्शण दे योग है। तेरे गुण इतने बेअंत हैं कि असी किसी तरीके भी उन्हां दी गिनती भी नहीं कर सकते। तेरे गुणों का असी अंत नहीं पा सकते, ਅਸੀਂ ਉਹਨਾਂ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਕਿੰਨੇ ਬੇਅੰਤ, ਕਿੰਨੇ ਵੱਡੇ ਗੁਣ ਹਨ ਤੇਰੇ। तो ਇਸ ਲਈ ਅਸੀਂ ਤੇਰੀ ਸ਼ਰਨ ਚ ਆਏ ਹਾਂ ਕਿ ਤੂੰ ਸਾਡੇ ਸ਼ਰਨ ਪਿਆ ਹੋਇਆਂ ਦੀ ਸਾਡੇ ਤੇ ਦਇਆ ਕਰਕੇ ਸਾਨੂੰ ਰੱਖ ਲੈ, ਬਖਸ਼ ਲੈ। हे दयाल, दयाल ਦਾ ਆਖਰੀ ਅਰਥ ਹੁੰਦਾ ਹੈ ਦਇਆ ਦਾ ਘਰ। ਉਹ ਪਰਮਾਤਮਾ ਦਇਆ ਦਾ ਘਰ ਹੈ, ਉਹ ਤਾਂ ਬਖਸ਼ਿੰਦ ਹੈ। ਉਹਨੂੰ ਪਤਾ ਹੈ ਕਿ ਇਹ ਮੇਰੇ ਹੀ ਬੱਚੇ ਹਨ ਤੇ ਮੇਰੀ ਹੀ ਬਣਾਈ ਹੋਈ ਮਾਇਆ ਦੇ ਵਿੱਚ ਫਸ ਕੇ ਭੁੱਲ ਗਏ ਹਨ, ਪਰ ਹੁਣ ਉਹਨਾਂ ਨੂੰ ਚੇਤਾ ਆ ਗਿਆ ਮੇਰਾ ਤੇ ਮੇਰੀ ਸ਼ਰਨ ਚ ਆਏ ਹਨ। ਤਾਂ ਉਹ ਸਾਰੇ ਕੀਤੇ ਹੋਏ ਔਗਣਾਂ ਨੂੰ ਨਜ਼ਰਅੰਦਾਜ਼ ਕਰਕੇ ਸਾਨੂੰ ਆਪਣੇ ਕੰਠ ਲਾ ਲੈਂਦਾ ਹੈ।
ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਤਾ। ਇਹ ਮਾਲਕ ਦਾ ਬਿਰਧ ਹੈ, ਉਹਦਾ ਸੁਭਾਅ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਹਨਾਂ ਦੇ ਔਗਣ ਨਾ ਚਿਤਾਰ ਕੇ ਆਪਣੇ ਗਲੇ ਨਾਲ ਲਾ ਲੈਂਦਾ ਹੈ, ਆਪਣੇ ਬਣਾ ਲੈਂਦਾ ਹੈ। तो इसे लिए गुरु साहब ने लफज में ही इस्तेमाल किया, नानक तुमरे बाल गोपाला। दुनिया ਦੇ ਵਿੱਚ ਵੀ ਜਿਹੜਾ ਛੋਟਾ ਬੱਚਾ ਹੁੰਦਾ ਹੈ, ਮਾਸੂਮ ਬੱਚਾ ਹੁੰਦਾ ਹੈ, ਉਹਦੇ ਪਾਸੋਂ ਕੋਈ ਵੀ ਭੁੱਲ ਹੋ ਜਾਵੇ ਤਾਂ ਪਿਤਾ ਉਹਨੂੰ ਡਾਂਟਦਾ ਮਾਰਦਾ ਨਹੀਂ ਹੈ, ਸਜ਼ਾ ਨਹੀਂ ਦਿੰਦਾ। ਉਹਨੂੰ ਪਤਾ ਹੈ ਇਹ ਤਾਂ ਅਜੇ ਮਾਸੂਮ ਹੈ, ਜੀ ਤੇ ਅਜੇ ਇਹਦੇ ਕੋਲ ਨੌਲੇਜ ਹੈ ਨਹੀਂ ਹੈ, ਇਹਨੂੰ ਗਿਆਨ ਨਹੀਂ ਹੈ, ਇਹ ਮਾਸੂਮੀਅਤ ਵਿੱਚ ਹੀ ਇਹਦੇ ਪਾਸੋਂ ਇਹ ਗਲਤੀ ਹੋ ਗਈ ਹੈ। ਮੰਨ ਲਓ ਹੁਣ ਕੋਈ 6 ਮਹੀਨੇ ਸਾਲ ਦਾ ਬੱਚਾ ਹੈ, ਹਰ ਇਨਸਾਨ ਨੂੰ ਸਮਝ ਹੈ ਕਿ ਵੀ ਇੰਨੀ ਉਮਰ ਦੇ ਬੱਚੇ ਨੂੰ ਕੋਈ ਆਲੇ ਦੁਆਲੇ ਦੀ ਚੀਜ਼ਾਂ ਦੀ ਵੈਲਿਊ ਕਿਸੇ ਚੀਜ਼ ਦੀ ਸਮਝ ਨਹੀਂ ਹੁੰਦੀ। ਤੇ ਇੰਨੇ ਛੋਟੇ ਬੱਚੇ ਪਾਸੋਂ ਮੰਨ ਲਓ ਕੋਈ ਸਾਡੇ ਸਾਡੇ ਘਰ ਦੀ ਕੋਈ ਚੀਜ਼, ਕੋਈ ਸ਼ੀਸ਼ੇ ਦੀ ਕੋਈ ਸ਼ੋ ਪੀਸ ਸਾਡੇ ਬੱਚੇ ਕੋਲੋਂ ਟੁੱਟ ਜਾਂਦਾ ਹੈ, ਤਾਂ ਅਸੀਂ ਬੱਚੇ ਨੂੰ ਕੋਈ ਸਜ਼ਾ ਥੋੜਾ ਦਿਆਂਗੇ। ਉਹਨੂੰ ਤਾਂ ਇਹ ਪਤਾ ਨਾ ਕਿ ਵੀ ਸਾਡਾ ਹੀ ਫਰਜ਼ ਸੀਗਾ ਕਿ ਬੱਚੇ ਦੇ ਨੂੰ ਉਸ ਚੀਜ਼ ਤੋਂ ਥੋੜਾ ਦੂਰ ਰੱਖਣਾ ਚਾਹੀਦਾ ਸੀਗਾ ਜਾਂ ਚੀਜ਼ ਨੂੰ ਬਚਾ ਕੇ ਰੱਖਣਾ ਚਾਹੀਦਾ ਸੀ। ਤਾਂ ਬੱਚੇ ਨੂੰ ਅਸੀਂ ਕੁਛ ਨਹੀਂ ਕਹਿੰਦੇ, ਬਲਕਿ ਉਹਨੂੰ ਜੇ ਉਹ ਮੰਨ ਲਓ ਰੋ ਵੀ ਪਵੇ ਤੇ ਉਹਨੂੰ ਆਪਣੇ ਗਲੇ ਨਾਲ ਲਾ ਕੇ ਉਹਨੂੰ ਪਿਆਰ ਕਰਦੇ ਹਾਂ। ਤਾਂ ਪਰਮਾਤਮਾ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਨ ਵਾਲਾ ਹੈ, ਉਹਨਾਂ ਤੇ ਦਇਆ ਕਰਦਾ ਹੈ, ਉਹਨਾਂ ਦੀ ਗਲਤੀਆਂ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਨੂੰ ਆਪਣੇ ਕੰਠ ਨਾਲ ਲਾ ਲੈਂਦਾ ਹੈ, ਬਖਸ਼ ਲੈਂਦਾ ਹੈ, ਬਸ਼ਰਤੇ ਬੱਚੇ ਵਾਂਗ ਅਸੀਂ ਬਿਹੇਵ ਤਾਂ ਕਰੀਏ। ਜੇ ਅਸੀਂ ਸਿਆਣੇ ਬਣ ਬਣਾਂਗੇ, ਸਾਨੂੰ ਸਾਰੀ ਸਮਝ ਹੈ, ਤਾਂ ਫਿਰ ਠੀਕ ਹੈ, ਵੀ ਮੈਚੋਰ ਹੈ, ਤੂੰ ਸਿਆਣਾ ਬੱਚਾ ਹੈ, ਠੀਕ ਹੈ, ਫਿਰ ਆਪਣੀ ਸੰਭਾਲ ਆਪੇ ਕਰ, ਫਿਰ ਜੋ ਬੀਜੋਗੇ ਸੋ ਖਾਓਗੇ। तो इस करके गुरु साहब यही प्रेरणा कर रहे हैं कि अपने अंदर वो एहसास लियाओ कि असी उस मालक प्रभु दे बच्चे हाँ, याने हाँ, सास सास हम भूलन हारे, तुम समर्थ अगनत अपारे, शरण परे की राख दयाला, नानक तुमरे बाल गोपाला। ये एहसास जेन्युइन सिंसियरिटी नाल ਇਹ ਮਨ ਦੇ ਅੰਦਰ ਅਹਿਸਾਸ ਆ ਜਾਵੇ। ਇੱਥੇ ਵੀ ਚਲਾਕੀ ਸਿਆਣਪ ਵਰਤਣ ਦੀ ਗੱਲ ਨਹੀਂ ਕਿ ਮੂੰਹੋਂ ਉੱਪਰੋਂ ਕਹਿ ਦਈਏ ਅਸੀਂ ਤਾਂ ਤੁਹਾਡੇ ਬੱਚੇ ਹਾਂ ਜੀ, ਤੇ ਨਾਲ ਠੇਕੇਦਾਰੀ ਵੀ ਕਰਦੇ ਰਹੀਏ। ਅਸੀਂ ਇੰਨੇ ਪਾਠ ਕੀਤੇ ਹਨ, ਇਹਦਾ ਫਲ ਤਾਂ ਮਿਲਣਾ ਹੀ ਚਾਹੀਦਾ ਹੈ। ਅਸੀਂ ਇੰਨੇ ਅਖੰਡ ਪਾਠ ਕੀਤੇ, ਅਸੀਂ ਇੰਨਾ ਦਾਨ ਕੀਤਾ, ਉਹਦਾ ਫਲ ਤਾਂ ਮਿਲਣਾ ਹੀ ਚਾਹੀਦਾ। ਸੌਦੇਬਾਜ਼ੀ ਵੀ ਕਰਨ ਦਾ ਦਿਮਾਗ ਵਿੱਚ ਚਲਾਕੀਆਂ ਲਗਾਈਏ, ਇਹ ਚਲਾਕੀਆਂ ਸਿਆਣਪਾਂ ਨਹੀਂ ਚੱਲਦੀਆਂ। ਪਰਮਾਤਮਾ ਦੇ ਦਰ ਤੇ ਇਹਨਾਂ ਚੀਜ਼ਾਂ ਦੀ ਕੋਈ ਮੁੱਕਤ ਨਹੀਂ ਹੈ। ਇੱਕ ਸੱਜਣ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਉਹਨਾਂ ਨੇ ਕਿਸੇ ਮ੍ਰਿਤਕ, ਜਿਵੇਂ ਆਮ ਮ੍ਰਿਤਕ ਸੰਸਕਾਰ ਦੇ ਵੇਲੇ ਜਦੋਂ ਅੰਤਮ ਅਰਦਾਸ ਹੁੰਦੀ ਹੈ, ਤਾਂ ਉਹਨਾਂ ਨੇ ਵੀ ਅਰਦਾਸ ਕਰ ਦਿੱਤੀ ਕਿ ਜੀ ਜੋ ਪਾਠ ਦੇ ਭੋਗ ਪਾਏ ਗਏ ਹਨ, ਬਾਣੀ ਪੜ੍ਹੀ ਸੁਣੀ, ਜੋ ਕੀਰਤਨ ਕੀਤੇ ਗਏ ਹਨ, ਇਹਦਾ ਫਲ ਜਿਹੜਾ ਹੈ ਉਹ ਵਿਛੜੀ ਆਤਮਾ ਨੂੰ ਦੇਣਾ, ਉਹਦਾ ਆਵਾਗਮਨ ਕੱਟ ਦੇਣਾ, 84 ਦੇ ਗੇੜ ਤੋਂ ਉਹਨੂੰ ਬਚਾ ਲੈਣਾ। ਮੈਂ ਉਹਨਾਂ ਨੂੰ ਬਾਅਦ ਚ ਪੁੱਛਿਆ ਜੀ ਵੀ ਕਿੰਨੇ ਪਾਠ ਕਰਕੇ ਤੇ ਕਿੰਨੀ ਕੀਰਤਨ ਕਰਕੇ ਜਿਹੜਾ ਹੈ ਇਹ 84 ਕੱਟੀ ਜਾਂਦੀ ਹੈ, ਇਹਦਾ ਕੋਈ ਕੁਆਂਟੀਫਿਕੇਸ਼ਨ ਤੁਸੀਂ ਕੀਤੀ, ਗਿਣਤੀ ਵੀ ਰੱਖੀ ਹੋਈ ਹੈ? ਉਹ ਮੇਰੇ ਮੂੰਹ ਵੱਲ ਤੱਕਣ ਲੱਗੇ ਵੀ ਕੀ ਸਵਾਲ ਕਰ ਰਿਹਾ ਹੈ। ਕਹਿੰਦੇ ਮੈਨੂੰ ਗੱਲ ਨਹੀਂ ਸਮਝ ਆਈ ਤੁਹਾਡੀ। ਮੈਂ ਕਿਹਾ ਜੀ ਮੈਂ ਤੇ ਸਿਰਫ ਇਹ ਪੁੱਛਣਾ ਚਾਹ ਰਿਹਾ, ਤੁਸੀਂ ਕਹਿ ਰਹੇ ਸੀਗੇ ਕਿ ਬਈ ਪਾਠ ਦਾ ਭੋਗ ਪਾਇਆ, ਪਾਠ ਕੀਤਾ ਹੈ ਤੇ ਇੰਨਾ ਕੀਰਤਨ ਕੀਤਾ ਹੈ, ਤੇ ਇਹਦੇ ਫਲ ਵਜੋਂ ਤੁਸੀਂ ਉਹਦੀ 84 ਕੱਟ ਦਿਓ, ਉਹਦਾ ਆਵਾਗਮਨ ਮਿਟਾ ਦਿਓ, ਤੇ ਬਈ ਤੁਸੀਂ ਤੋਲਿਆ ਹੋਇਆ ਕਿ ਵੀ ਇੰਨੇ ਪਾਠ ਔਰ ਇੰਨੇ ਕੀਰਤਨ ਨਾਲ 84 ਕੱਟੀ ਜਾਂਦੀ ਹੈ? ਕਹਿੰਦੇ ਮੈਨੂੰ ਗੱਲ ਨਹੀਂ ਤੁਹਾਡੀ ਸਮਝ ਆ ਰਹੀ। ਮੈਂ ਕਿਹਾ ਜੀ ਤੁਸੀਂ ਸੌਦਾ ਕਰ ਰਹੇ ਹੋ ਨਾ ਕਿ ਇੰਨਾ ਪਾਠ ਕੀਤਾ, ਇਹਦਾ ਫਲ ਇੰਨਾ ਆਇਆ, ਤੇ ਤੁਸੀਂ ਉਹਨੂੰ ਉਹਦੀ 84 ਕੱਟ ਦਿਓ। ਤੁਸੀਂ ਬੇਨਤੀ ਤਾਂ ਕਰ ਹੀ ਨਹੀਂ ਰਹੇ, ਤੁਸੀਂ ਤੇ ਡੀਲ ਕਰ ਰਹੇ ਹੋ ਪਰਮਾਤਮਾ ਦੇ ਨਾਲ ਕਿ ਬਈ ਅਸੀਂ ਇੰਨਾ ਪਾਠ ਕੀਤਾ, ਸਾਨੂੰ ਇਹਦਾ ਫਲ ਮਿਲਣਾ ਚਾਹੀਦਾ ਹੈ, ਲੈਣ ਦੇਣ ਹੈ ਤੇ ਬਿਜ਼ਨਸ ਹੈ। ਉਹ ਅਰਦਾਸ ਥੋੜਾ ਹੋਈ। ਅਰਦਾਸ ਤਾਂ ਹੀ ਹੈ ਅਗਰ ਜੇ ਅਸੀਂ ਕਹੀਏ ਕਿ ਜੀਵ ਭੁੱਲਣਹਾਰ ਹਨ, ਅਸੀਂ ਅਗਿਆਨੀ ਹਾਂ, ਅਸੀਂ ਨਾ ਸਮਝ ਹਾਂ, ਪਰ ਤੇਰੇ ਦਰ ਤੇ ਜਾਚਨਾ ਕਰਦੇ ਹਾਂ, ਤੇਰੇ ਪਾਸੋਂ ਇਹ ਮੰਗ ਕਰਦੇ ਹਾਂ, ਆਸ ਕਰਦੇ ਹਾਂ ਕਿ ਤੂੰ ਸਾਨੂੰ ਅਣਜਾਣ ਬੱਚਿਆਂ ਨੂੰ ਆਪਣੇ ਜਾਣ ਕੇ ਸਾਡੇ ਔਗਣ ਨਾ ਚਿਤਾਰਦਿਆਂ ਹੋਇਆਂ ਸਾਨੂੰ ਬਖਸ਼ ਲਏਗਾ। ਜਿਹੜਾ ਜੀਵ ਤੇਰੇ ਦਰ ਤੇ ਆਇਆ ਹੈ ਉਹਨੂੰ ਉਹਦਾ ਆਵਾਗਮਨ ਮਿਟਾਉਣ ਦੇ ਤੂੰ ਸਮਰੱਥ ਹੈ, ਤੂੰ ਉਹਨੂੰ ਬਖਸ਼ ਦੇਏਗਾ। ਇਹ ਤਾਂ ਬੇਨਤੀ ਹੈ, ਇਹ ਤਾਂ ਅਰਦਾਸ ਹੈ। ਪਰ ਜੇ ਅਸੀਂ ਆਖੀ ਅਸੀਂ ਇੰਨਾ ਪਾਠ ਕੀਤਾ ਹੈ, ਇਹਦੇ ਫਲ ਵਜੋਂ ਤੂੰ ਉਹਦੀ 84 ਕੱਟ ਦੇ, ਉਹਦਾ ਆਵਾਗਮਨ ਕੱਟ ਦੇ, ਤਾਂ ਸੌਦਾ ਹੋ ਗਿਆ। ਉਹ ਗੱਲ ਸਮਝਣੀ ਚਾਹੀਦੀ ਹੈ। ਸਾਸ ਸਾਸ ਹਮ ਭੂਲਨ ਹਾਰੇ, ਇਹਦੇ ਵਿੱਚ ਕੋਈ ਸੌਦੇ ਦੀ ਗੱਲ ਨਹੀਂ ਹੋ ਰਹੀ। ਕੋਈ ਅਖੰਡ ਪਾਠ, ਕੋਈ ਸਹਿਜ ਪਾਠ, ਕੋਈ ਦਾਨ ਪੁੰਨ, ਕੋਈ ਗੁਰਦੁਆਰੇ ਦੀ ਸੇਵਾ ਦਾ ਕੋਈ ਰੈਫਰੈਂਸ ਨਹੀਂ ਹੈਗਾ, ਕੋਈ ਤੀਰਥ ਯਾਤਰਾ ਦਾ ਰੈਫਰੈਂਸ ਨਹੀਂ ਹੈਗਾ। ਕਈ ਲੋਕਾਂ ਨੂੰ ਇਹੀ ਹੈ ਕਿ ਅਸੀਂ ਪੰਜੋ ਤਖਤਾਂ ਦੀ ਯਾਤਰਾ ਕਰ ਲਈ ਹੈ, ਅਸੀਂ ਬਹੁਤ ਵੱਡੀ ਮੱਲ ਮਾਰ ਲਈ ਹੈ, ਅਸੀਂ ਸਾਰੇ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਕਰ ਲਈ ਹੈ, ਅਸੀਂ ਹੇਮਕੁੰਟ ਸਾਹਿਬ ਇੰਨੀ ਵਾਰੀ ਹੋ ਆਏ ਹਾਂ। ਉਹਨਾਂ ਨੂੰ ਲੱਗਦਾ ਕਿ ਸਾਡਾ ਤੇ ਹੁਣ
मतलब है कि टिकट कन्फर्म ही हो गई है। नहीं, ऐसी कोई गल गुरबाणी सानू सिक्ख्या नहीं देंदी। सास सास हम भूलन हारे, तुम समर्थ अगणित अपार। ਤੁਸੀਂ ਤਾਂ ਸਮਰੱਥ ਹੋ, ਅਗਣਿਤ ਹੋ, ਅਪਾਰ ਹੋ। ਤੁਹਾਡਾ ਤੇ ਗੁਨਾਹ ਦਾ ਅੰਤ ਅਸੀਂ ਪਾ ਹੀ ਨਹੀਂ ਸਕਦੇ। ਅਸੀਂ ਕਦੀ ਸਮਝ ਹੀ ਨਹੀਂ ਸਕਦੇ ਕਿ ਤੁਸੀਂ ਕਿਸ ਆਧਾਰ ਦੇ ਉੱਤੇ, ਕਿਸ ਤਰੀਕੇ ਦੇ ਨਾਲ, ਕਿਸ ਨੂੰ ਬਖਸ਼ਦੇ ਹੋ, ਕਿਹਨੂੰ ਆਪਣਾ ਬਣਾਉਂਦੇ ਹੋ, ਕਿਵੇਂ ਬਣਾਉਂਦੇ ਹੋ। ਅਸੀਂ ਤਾਂ ਸਿਰਫ ਬੇਨਤੀ ਕਰ ਸਕਦੇ ਹਾਂ ਕਿ ਸ਼ਰਨ ਪਰੇ ਜੀ ਰਾਖ ਦਿਆਲਾ, ਹੇ ਦਿਆਲ ਪ੍ਰਮਾਤਮਾ, ਤੇਰੀ ਸ਼ਰਨ ਪਏ ਆ, ਤੂੰ ਰੱਖ ਲੈ। ਨਾਨਕ ਤੁਮਰੇ ਬਾਲ ਗੋਪਾਲ, ਅਸੀਂ ਤਾਂ ਅਣਜਾਣ ਬੱਚੇ ਹਾਂ। ਇਹ ਗੋਪਾਲ, ਇਹ ਸ੍ਰਿਸ਼ਟੀ ਦੇ ਬਾਲਕ, ਇਹ ਸ੍ਰਿਸ਼ਟੀ ਦੇ ਮਾਲਕ, ਸਾਡੀ ਰੱਖ ਲੈ, ਸ਼ਰਨ ਚ ਪਾ ਲੈ, ਸਾਨੂੰ ਆਪਣੇ ਕੰਠ ਲਗਾ ਲੈ। ਇਹੀ ਤੇਰੇ ਅੱਗੇ ਬੇਨਤੀ ਹੈ। तो ये बेनती है, जे सिंसियरिटी ਦੇ ਨਾਲ, ਬਿਨਾਂ ਕਿਸੇ ਲੱਗ ਲਬੇੜ ਦੇ, ਬਿਨਾਂ ਕਿਸੇ ਚਲਾਕੀ ਚਤੁਰਾਈ ਦੇ ਐਸੀ ਬੇਨਤੀ ਕਰੋਗੇ ਤੇ ਗੁਰੂ ਸਾਹਿਬ ਸਾਨੂੰ ਇਹ ਜਾਚ ਸਿਖਾ ਰਹੇ ਹਨ ਕਿ ਉਹ ਪ੍ਰਮਾਤਮਾ ਬਖਸ਼ੰਦ ਹੈ। ਉਹ ਹਉਮੈ ਦਾ ਰੋਗ ਸਾਡਾ ਕੱਟ ਦੇਗਾ, ਆਪਣੇ ਨਾਲ ਸਾਨੂੰ ਮੇਲ ਲਏਗਾ। ਇਤਨੇ ਹੀ ਬਚਨ ਪ੍ਰਵਾਨ ਕਰਨੇ ਜੀ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਚਾਰ ਨਾਲ ਸੰਬੰਧਿਤ ਕਿਸੇ ਸੱਜਣ ਦਾ